इंजील 13 अध्याय ਉਹਦਾ 13ਵਾਂ ਅਧਿਆਇ 6 से लेके हम 9 वचन तक हम पढ़ेंगे। ਉਹਦਾ 6 वचन तो लेके 9 वचन तक पढ़ेंगे। फिर उसने यह दृष्टांत भी कहा, किसी के अंगूर की बारी में एक अंजीर का पेड़ लगा हुआ था। वह उससे फल ढूंढने आया परंतु ना पाया। तब उसने उस बारी के रखवाले से कहा, देख 3 वर्ष से मैं इस अंजीर के पेड़ से फल ढूंढने आता हूँ परंतु नहीं पाता। इसे काट डाल के यह भूमि को भी क्यों रोके रहे। उसने उत्तर दिया, हे स्वामी, इसे इस वर्ष और रहने दे कि मैं इसे चारों ओर खोद कर खाद डालूं। यदि आगे को फले तो भला, नहीं तो इसे काट डालना। यीशु मसीह दृष्टांत के द्वारा शिष्यों को और लोगों को समझाते रहे। ਤੇ ਯੀਸ਼ੂ ਮਸੀਹ ਆਪਦੀ ਸੇਵਾ ਦੇ ਵਿੱਚ ਛੋਟੀਆਂ ਕਹਾਣੀਆਂ ਦੇ ਦੁਆਰਾ ਆਪਣੇ ਲੋਕਾਂ ਨੂੰ ਤੇ ਆਪਦੇ ਚੇਲਿਆਂ ਨੂੰ ਸਿੱਖਿਆ ਦਿੰਦੇ ਰਹੇ। दृष्टांत के अर्थ या पैराबल मीन्स earthly story with heavenly meaning। ਅਤੇ ਜਿਹੜੇ ਦ੍ਰਿਸ਼ਟਾਂਤ ਦਾ ਜਾਂ ਫਿਰ ਇੱਕ ਛੋਟੀ ਕਹਾਣੀ ਦਾ ਮਤਲਬ ਇਹੀ ਹੈ ਕਿ ਇਸ ਦੁਨੀਆ ਦੀਆਂ ਗੱਲਾਂ ਦੇ ਵਿੱਚੋਂ ਲੈ ਕੇ ਦੁਨੀਆ ਦੀ ਕਿਸੇ ਵੀ ਪਦਾਰਥਾਂ ਦੀ ਇੱਕ ਕਹਾਣੀ ਦੇ ਰੂਪ ਦੇ ਵਿੱਚ ਲੈ ਕੇ ਸਵਰਗੀ ਗੱਲਾਂ ਨੂੰ ਉਸ ਦੇ ਮਾਧਿਅਮ ਦੇ ਦੁਆਰਾ ਸਮਝਾਉਣਾ। क्योंकि उस समय के लोग एजुकेटेड नहीं था, ਕਿਉਂਕਿ ਉਸ ਵੇਲੇ ਦੇ ਲੋਕ ਇੰਨੇ ਪੜ੍ਹੇ ਲਿਖੇ ਨਹੀਂ ਸੀ और कुछ कहानियों के द्वारा परमेश्वर के राज्य की मतलब बताते ਅਤੇ थे। ਉਹਨਾਂ ਨੂੰ ਕੁਝ ਕਥਾ ਕਹਾਣੀਆਂ ਦੇ ਦੁਆਰਾ ਸਮਝਾਇਆ ਜਾਂਦਾ ਸੀ ਤਾਂ ਕਿ ਸਹੀ ਤਰੀਕੇ ਨਾਲ ਪਰਮੇਸ਼ਰ ਦੇ ਰਾਜ ਨੂੰ ਸਮਝ ਸਕਣ। और एक जगह पर लिखा, यीशु दृष्टांत के बिना कुछ नहीं समझाए। ਅਤੇ ਇੱਕ ਥਾਂ ਦੇ ਵਿੱਚ ਇਦਾਂ ਵੀ ਲਿਖਿਆ ਕਿ ਯੀਸ਼ੂ ਨੇ ਬਿਨਾਂ ਕਿਸੇ ਕਥਾ ਕਹਾਣੀ ਤੋਂ ਲੋਕਾਂ ਨੂੰ ਕੋਈ ਵੀ ਗੱਲ ਨਹੀਂ ਸਮਝਾਈ। यहाँ पे यीशु ने एक दृष्टांत बताए ਇੱਥੇ ਯੀਸ਼ੂ ਨੇ ਇੱਕ ਕਹਾਣੀ ਸੁਣਾਈ। और एक स्वामी को, एक व्यक्ति को एक बड़े अंगूर की दाग की बारी की खेत था। ਅਤੇ ਲਿਖਿਆ ਹੋਇਆ ਹੈ ਕਿ ਇੱਕ ਬੰਦੇ ਕੋਲੇ ਇੱਕ ਜੋ ਅੰਗੂਰਾਂ ਦੇ ਖੇਤੀ ਕਰਦਾ ਹੁੰਦਾ ਸੀ, ਉਹਦੇ ਖੇਤ ਦੇ ਵਿੱਚ ਅੰਗੂਰਾਂ ਦੀਆਂ ਵੇਲਾਂ ਲੱਗੀਆਂ उस ਸੀ दाग की बारी के बीच में एक अंजीर का पेड़ थे। ਅਤੇ ਉਸ ਜੋ ਅੰਗੂਰਾਂ ਦੇ ਬਾਗ ਦੇ ਵਿੱਚ ਇੱਕ ਅੰਜੀਰ ਦਾ ਬੂਟਾ ਲੱਗਿਆ ਹੋਇਆ ਸੀ। उस स्वामी ने उससे फल ढूंढा है। ਅਤੇ ਉਹ ਮਾਲਕ ਜਿਹੜਾ ਸੀਗਾ ਉਸ ਅੰਜੀਰ ਦੇ ਦਰਖਤ ਦੇ ਵਿੱਚੋਂ ਫਲ ਲੱਭਣ ਦੇ ਲਈ ਆਇਆ। एक बार नहीं, बाइबल कह रहे 3 साल लगातार उससे फल ढूंढा है। ਅਤੇ ਇੱਕ ਵਾਰ ਨਹੀਂ ਪਰ ਲਿਖਿਆ ਹੋਇਆ ਬਾਈਬਲ ਦੇ ਵਿੱਚ ਕਿ ਉਹ ਬੰਦਾ 3 ਵਰਿਆਂ ਤੋਂ ਉਸ ਦਰਖਤ ਦੇ ਉੱਤੋਂ ਫਲ ਨੂੰ ਪਾਲਦਾ ਸੀ, लेकिन उसको फल नहीं मिले। ਪਰ ਉਹਨੂੰ ਕੋਈ ਫਲ ਨਹੀਂ ਮਿਲਦਾ ਸੀ। उस दाग की बारी के रखवाले को कहा, ਉਹਨੇ ਉੱਥੋਂ ਦੇ ਮਾਲੀ ਨੂੰ ਇਹ ਗੱਲ ਆਖੀ, उस अंजीर की पेड़ को काट दे, काट के आग में सुट दे। ਅਤੇ ਉਸਨੇ ਕਿਹਾ ਕਿ ਇਹ ਮਾਲੀ ਨੂੰ ਇਸ ਤਰ੍ਹਾਂ ਆਖਿਆ ਉਸ ਮਾਲਕ ਨੇ ਕਿ ਇਹ ਜਿਹੜਾ ਅੰਜੀਰ ਦਾ ਬੂਟਾ ਗਾ ਇਸ ਨੂੰ ਤੂੰ ਵੜ ਦੇ ਤੇ ਇਹਨੂੰ ਅੱਗ ਦੇ ਵਿੱਚ ਪਾ ਦੇ। उस रखवाले ने स्वामी से कहा, ਉਸ ਮਾਲੀ ਨੇ ਇੱਕ ਵਾਰ ਫਿਰ ਉਹਨੂੰ ਇਦਾਂ ਆਖਿਆ ਮਾਲਕ ਨੂੰ, स्वामी हे ਮਾਲਕ 1 साल और हम इंतजार करेंगे। ਤੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ 1 ਸਾਲ ਹੋਰ ਇਹਦੇ ਲਈ ਮੈਨੂੰ ਦਿੱਤਾ ਜਾਵੇ, ਇਹਦੇ ਤੇ ਮਿਹਨਤ ਕਰਾਂਗੇ। 1 साल और वेट करें आप, ਇੱਕ ਵਾਰੇ ਤੱਕ ਹੋਰ ਆਪਾਂ ਉਡੀਕ ਕਰੀਏ। हम उसकी गुड़ाई करेंगे ਮੈਂ ਉਹਦੀ ਖਾਦ ਗੁਡਾਈ ਕਰਾਂਗਾ, और उसमें फर्टिलाइजर डालेंगे ਮੈਂ ਉਹ 'ਚ ਖਾਦ ਪਾਵਾਂਗਾ, और उसे पानी देंगे, ਫਿਰ ਮੈਂ ਉਹਨੂੰ ਪਾਣੀ ਵੀ ਚੰਗੀ ਤਰ੍ਹਾਂ उससे ਦੇਵਾਂਗਾ, सेवा करेंगे। ਮੈਂ ਉਹਦੀ ਚੰਗੀ ਰਖਵਾਲੀ ਕਰੂੰਗਾ। यदि वो फल नहीं आए, ਅਤੇ ਮੈਂ ਤੇ ਹੋਰ ਮਿਹਨਤ ਕਰੂੰਗਾ, ਪਰ ਜੇ ਫਿਰ ਵੀ ਉਹਦੇ ਵਿੱਚ ਕੋਈ ਫਲ ਨਾ ਦਿਖਿਆ, 1 साल की मेहनत में यदि उसको फल नहीं आए, ਜੇ ਇੱਕ ਵਰੇ ਦੀ ਮਿਹਨਤ ਦੇ ਵਿੱਚ ਵੀ ਕੋਈ ਫਲ ਉਤੇ ਨਾ ਆਇਆ, उस अंजीर की पेड़ को हम काट के आग में सुट ਫਿਰ देंगे। ਜਿਵੇਂ ਤੁਸੀਂ ਕਹੋਗੇ ਕਿ ਉਸ ਅੰਜੀਰ ਦੇ ਬੂਟੇ ਨੂੰ ਵੱਢਾ ਜਾਏਗਾ ਤੇ ਉਸ ਨੂੰ ਮਚਾਉਣ ਦੇ ਲਈ ਰੱਖਿਆ ਜਾਏਗਾ। इस कहानी से, पाराबल से हम एक बात सीखना है, परमेश्वर की अनुग्रह से परमेश्वर मुझे और आपको रखे हैं। ਅਤੇ ਤੁਸੀਂ ਅਤੇ ਮੈਂ ਇਸ ਕਹਾਣੀ ਦੇ ਦੁਆਰਾ ਇਸ ਗੱਲ ਨੂੰ ਸਿੱਖਣਾਗਾ ਕਿ ਪਰਮੇਸ਼ਵਰ ਨੇ ਮੈਨੂੰ ਤੇ ਤੁਹਾਨੂੰ ਇਸ ਧਰਤੀ ਉੱਤੇ ਇੱਕ ਵਿਸ਼ੇਸ਼ ਤਰੀਕੇ ਨਾਲ ਆਪਦੀ ਕਿਰਪਾ ਦੇ ਦੁਆਰਾ ਰੱਖਿਆ ਹੋਇਆ ਹੈ। जब स्वामी परमेश्वर हमसे फल मांगेंगे, हमें फल हमारे अंदर मिलना होगा। ਅਤੇ ਸਾਡਾ ਮਾਲਕ ਸਾਡਾ ਪ੍ਰਭੂ ਪਰਮੇਸ਼ਵਰ ਜਦੋਂ ਸਾਡੇ ਤੋਂ ਫਲ ਪਾਲੂਗਾ ਤਾਂ ਉਸ ਵੇਲੇ ਸਾਡੇ ਅੰਦਰ ਫਲ ਉਹਨੂੰ ਦਿਖਣਾ ਚਾਹੀਦਾ ਹੈ। एक बार यीशु अपने शिष्यों को साथ चलते समय ਇੱਕ ਵਾਰੀ ਯੀਸ਼ੂ ਆਪਦੇ ਸ਼ਾਗਿਰਦਾਂ ਦੇ ਨਾਲ ਜਾਂਦੇ ਵੇਲੇ एक अंजीर की पेड़ में फल ढूंढा है। ਇੱਕ ਅੰਜੀਰ ਦੇ ਬੂਟੇ ਦੇ ਉੱਤੇ ਉਹਨੇ ਫਲ ਲੱਭਿਆ, उस पर फल नहीं मिले हैं। ਉਸ ਅੰਜੀਰ ਦੇ ਬੂਟੇ ਤੇ ਫਲ ਨਹੀਂ ਲੱਭਿਆ और यीशु ने कहा, आगे इस वृक्ष में फल ना हो। ਤੇ ਯੀਸ਼ੂ ਨੇ ਉਹਨੂੰ ਕਿਹਾ ਕਿ ਹੁਣ ਤੋਂ ਕਦੇ ਵੀ ਤੈਨੂੰ ਕੋਈ ਫਲ ਨਾ ਲੱਗੇ, इस वृक्ष में आगे कोई फल ना हो। ਇਸ ਬੂਟੇ ਨੂੰ ਕਦੇ ਹੁਣ ਕੋਈ ਫਲ ਨਾ ਲੱਗੇ। तुरंत शिष्यों को सामने उस अंजीर की पेड़ का पत्ता सूखे
पेड़ भी सूख गए हैं। ਅਤੇ ਉਸੇ ਵੇਲੇ ਅੰਜੀਰ ਦਾ ਜਿਹੜਾ ਬੂਟਾ ਸੀਗਾ ਉਹਦੇ ਪੱਤੇ ਅਤੇ ਉਹਦੇ ਜਿਹੜੇ ਫੁੱਲ ਸੀਗੇ ਉਹ ਸਾਰੇ ਉਸੇ ਵੇਲੇ ਸੁੱਕ ਗਏ ਉਹਦੇ ਚੇਲਿਆਂ ਦੇ ਅੱਖਾਂ ਦੇ ਸਾਹਮਣੇ। इस चेलों ने बड़ी गंभीरता से बात करने लगे, देखो इसकी मुंह की बोली से भी और इस अंजीर की पेड़ सूख गया है। ਅਤੇ ਉਹ ਚੇਲੇ ਬੜੇ ਗੰਭੀਰਤਾ ਦੇ ਨਾਲ ਇੱਕ ਗੱਲ ਸਮਝਣ ਲੱਗੇ ਕਿ ਦੇਖੋ ਇਹਨੇ ਕਿਹਾ ਤੇ ਨਾਲ ਦੀ ਨਾਲ ਉਹ ਪੇੜ ਕਿਸੇ ਤਰੀਕੇ ਨਾਲ ਸੁੱਕ ਗਿਆ। वहां पे लिखा है उस समय अंजीर का फल का सीजन नहीं थे। ਅਤੇ ਲਿਖਿਆ ਹੋਇਆ ਹੈਗਾ ਕਿ ਅੰਜੀਰ ਦੇ ਫਲ ਲੱਗਣ ਦੀ ਰੁੱਤ ਉਹਦੇ ਵੇਲੇ ਨਹੀਂ ਸੀ। आउट ऑफ सीजन में यीशु क्यों फल ढूंढा है? ਬੇਰੁੱਤ ਦੇ ਸੀਜ਼ਨ ਦੇ ਵਿੱਚ ਜਾਂ ਬੇਰੁੱਤ ਦੇ ਟਾਈਮ ਦੇ ਵਿੱਚ ਜਾ ਕੇ ਪ੍ਰਭੂ ਯੀਸ਼ੂ ਮਸੀਹ ਨੇ ਕਿਉਂ ਉਹਦੇ ਚ ਫਲ ਲੱਭਿਆ? यीशु जब भी फल चाहते हैं और हमारी जीवन में फल जरूर होना ਅਤੇ चाहिए। ਸਾਡੇ ਸਮੇਂ ਨਾਲ ਸਮੇਂ ਦੇ ਮੁਤਾਬਿਕ ਨਹੀਂ ਪਰ ਯੀਸ਼ੂ ਜਦੋਂ ਚਾਹੁੰਦੇ ਨੇ ਸਾਡੀ ਜ਼ਿੰਦਗੀ ਚ ਉਹਨੂੰ ਫਲ ਦਿਖਣਾ ਚਾਹੀਦਾ ਹੈ। हर एक पेड़ पौधे के वृक्ष को फल देने की सीजन है। ਅਤੇ ਹਰ ਇੱਕ ਪੇੜ ਪੌਦੇ ਜਿਹੜੇ ਬ੍ਰਿਕਸ਼ ਹੁੰਦੇ ਨੇ ਬੂਟੇ ਹੁੰਦੇ ਨੇ ਉਹਨਾਂ ਦਾ ਫਲ ਦੇਣ ਦਾ ਇੱਕ ਵੇਲਾ ਹੁੰਦਾ ਹੈ, ਇੱਕ ਰੁੱਤ ਹੁੰਦੀ ਹੈ। लेकिन परमेश्वर की लोगों को हर एक समय हर वक्त उसको फल देना ਪਰ होगा। ਪਰਮੇਸ਼ਵਰ ਦੇ ਲੋਕਾਂ ਨੇ ਹਰ ਸਮੇਂ ਕਿਸੇ ਵੀ ਵੇਲੇ ਜਦੋਂ ਪਰਮੇਸ਼ਵਰ ਪੁੱਛੇ ਉਹ ਫਲ ਨੂੰ ਦਿਖਾਣਾ ਪਏਗਾ। और उस फल पाने के लिए हम अपनी जीवन और अपना शरीर खुदा के लिए अर्पण करना होगा। ਅਤੇ ਉਹ ਫਲ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਦੇ ਲਈ ਜਾਂ ਉਤਪਨ ਹੋਣ ਦੇ ਲਈ ਸਾਨੂੰ ਉਸ ਪਰਮੇਸ਼ਵਰ ਦੇ ਸਾਹਮਣੇ ਆਪਦੀ ਜ਼ਿੰਦਗੀ ਨੂੰ ਆਪਦੇ ਆਪ ਨੂੰ ਉਹਦੇ ਹੱਥਾਂ 'ਚ ਦੇਣਾ ਪਊਗਾ। यूहन्ना की सुसमाचार ਯੂਹੰਨਾ ਦੀ ਇੰਜੀਲ 12 अध्याय ਉਹਦਾ 12ਵਾਂ ਅਧਿਆਏ उसकी 24वां वचन में लिखा ਉਹਦੇ है, 24 ਵਚਨ 'ਚ ਇਦਾਂ ਲਿਖਿਆ ਏ गेहूं की दाना ਅਤੇ ਕਣਕ ਦਾ ਬੀਜ भूमि पर गिर के ਮਿੱਟੀ ਦੇ ਵਿੱਚ ਪੈ ਕੇ यदि नहीं मरता ਜਦੋਂ ਤੱਕ ਉਹ ਨਹੀਂ ਮਰਦਾ वैसे ही रहेंगे। ਉਦਾਂ ਹੀ ਰਹਿੰਦਾ ਏ। ਜਦੋਂ मर जाते हैं ਜਦੋਂ ਖਤਮ ਹੋ ਜਾਂਦਾ ਹੈ बहुत सारे फल लाते ਤੇ हैं। ਮਰ ਕੇ ਫਟਣ ਤੋਂ ਬਾਅਦ ਉਹ ਬਹੁਤ ਜ਼ਿਆਦਾ ਫਲ ਲੈ ਕੇ ਆਂਦਾ ਹੈ। मैं और आप हमारी जीवन में बहुत फल लाने के लिए प्रभु चाहते हैं। ਮੈਂ ਤੇ ਤੁਸੀਂ ਸਾਡੀ ਜ਼ਿੰਦਗੀ ਦੇ ਦੁਆਰਾ ਬਹੁਤ ਸਾਰਾ ਅਸੀਂ ਫਲ ਲੈ ਕੇ ਆਈਏ। ਪਰਮੇਸ਼ਰ ਸਾਡੇ ਤੋਂ ਇਹ ਚਾਹੁੰਦਾ ਹੈ। गेहूं की दाना भूमि पर गिरते हैं। ਮਿੱਟੀ ਦਾ ਬੀਜ ਜਦੋਂ ਜੋ ਕਣਕ ਦਾ ਬੀਜ ਮਿੱਟੀ ਦੇ ਵਿੱਚ ਡਿੱਗਦਾ ਹੈ आप किसानों को पता है गेहूं की दाने की भूमि पर गिराने की समय है। ਅਤੇ ਇਹ ਸਾਰੇ ਜ਼ਿਮੀਂਦਾਰ ਜੋ ਬੀਜਣ ਵਾਲੇ ਇਹ ਜਾਣਦੇ ਨੇ ਕਿ ਹੁਣ ਉਹ ਵੇਲਾ ਹੈ ਕਿ ਜਦੋਂ ਕਣਕ ਬੀਜੀ ਜਾਵੇ। कुछ लोग बीज बो दिया है ਕਈਆਂ ਨੇ ਤਾਂ ਬਿਜਾਈ ਕਰ ਦਿੱਤੀ ਹੈ और दिसंबर के महीने में अगले महीने में 100% लोग बीज बोएंगे। ਅਤੇ ਅਗਲੇ ਮਹੀਨੇ ਤੱਕ ਸਾਰੇ ਤਕਰੀਬਨ ਲੋਕ ਜਿੰਨੇ ਵੀ ਬੀਜ ਬੀਜਣ ਵਾਲੇ ਹੈਗੇ ਕਣਕ ਦੀ ਬਿਜਾਈ ਹੋ ਜਾਵੇਗੀ। इस कणक के जो बीज हैं जो मिट्टी पर गिर जाते हैं, ਇਹ ਕਣਕ ਦਾ ਜਿਹੜਾ ਬੀਜ ਹੈ ਜਦੋਂ ਮਿੱਟੀ ਦੇ ਅੰਦਰ ਚਲਾ ਜਾਂਦਾ ਹੈ यदि वो वैसे ही रहेंगे ਜੇਕਰ ਉਹ ਉਦਾਂ ਹੀ ਪਿਆ ਰਵੇ और फिर कोई फल नहीं होगा। ਫਿਰ ਉਹ ਚ ਕੋਈ ਫਲ ਨਹੀਂ ਹੁੰਦਾ। वो जो बीज है उस बीज सड़ना होगा। ਅਤੇ ਉਸ ਜਿਹੜਾ ਬੀਜ ਜਦੋਂ ਮਿੱਟੀ 'ਚ ਜਾਂਦਾ ਤਾਂ ਉਹਨੂੰ ਪਟਣਾ ਪਏਗਾ ਤੇ ਉਹਨੂੰ ਸੜਨਾ ਪਏਗਾ। मिट्टी के साथ मिलना होगा, ਮਿੱਟੀ ਦੇ ਨਾਲ ਇੱਕ ਹੋਣਾ ਪਏਗਾ। तब एक नई बूटे पैदा होगा। ਫਿਰ ਇੱਕ ਨਵਾਂ ਬੂਟਾ ਨਿਕਲ ਆਏਗਾ। यदि नहीं मरते हैं, ਜੇਕਰ ਉਹ ਨਹੀਂ ਨਾਸ਼ ਹੁੰਦਾ यदि नहीं सड़ेगा, ਜੇ ਨਹੀਂ ਸੜਦਾ यदि मिट्टी के साथ नहीं ਜੇ मिलोगे, ਮਿੱਟੀ ਨਾਲ ਇੱਕ ਨਹੀਂ ਹੁੰਦਾ एक नई पौधा पैदा नहीं होगा। ਫਿਰ ਇੱਕ ਨਵਾਂ ਬੂਟਾ ਨਹੀਂ ਉਤਪਨ ਹੁੰਦਾ। इसलिए वचन कह रहे ਇਸ हैं ਕਰਕੇ ਬਾਣੀ 'ਚ ਲਿਖਿਆ ਹੈ गेहूं की दाना ਕਣਕ ਦਾ ਬੀਜ भूमि पर गिर के ਮਿੱਟੀ 'ਚ ਡਿੱਗ ਗਏ यदि मर जाते हैं ਜੇ ਖਤਮ ਹੋ ਜਾਂਦਾ ਹੈ बहुत सारे फल लाते ਫਿਰ हैं। ਬਹੁਤ ਜ਼ਿਆਦਾ ਫਲਨ ਲੈ ਕੇ ਆਂਦਾ ਹੈ। जब नहीं मरते ਜਦੋਂ ਨਹੀਂ ਖਤਮ ਹੁੰਦਾ वैसे ही रहेंगे। ਉਦਾਂ ਹੀ ਪਿਆ ਰਹਿੰਦਾ ਹੈ। एक मनुष्य की जीवन, ਇੱਕ ਬੰਦੇ ਦੀ ਜ਼ਿੰਦਗੀ एक मनुष्य की स्वभाव, ਇੱਕ ਬੰਦੇ ਦਾ ਸੁਭਾਅ एक मनुष्य की ਇੱਕ आदतें ਬੰਦੇ ਦੀਆਂ ਆਦਤਾਂ जब यीशु मसीह में आते ਜਦੋਂ हैं ਮਸੀਹ ਯੀਸ਼ੂ ਦੇ ਵਿੱਚੋਂ ਆਂਦਾ ਹੈ मसीह के समान है। ਮਸੀਹ ਦੇ ਵਰਗੀਆਂ ਨੇ। इंग्लिश में लिखा है ਅੰਗਰੇਜ਼ੀ 'ਚ ਇਹਦਾ ਲਿਖਿਆ to be like Jesus। ਯੀਸ਼ੂ ਮਸੀਹ ਦੇ ਵਰਗੇ यीशु की समान ਯੀਸ਼ੂ ਮਸੀਹ ਦੇ ਵਰਗੇ बाइबल कह रहे हैं ਬਾਣੀ 'ਚ ਲਿਖਿਆ ਹੈ यीशु की सिर तक हम बढ़ना ਯੀਸ਼ੂ है। ਦੇ ਸਿਰ ਤੱਕ ਅਸੀਂ ਵਧਣਾ ਹੈ। That means यीशु की स्वभाव की पूर्णता में हम आए। ਇਹਦਾ ਭਾਵ ਕਿ ਅਸੀਂ ਯੀਸ਼ੂ ਮਸੀਹ ਦੇ ਜੋ ਸੁਭਾਅ ਨੂੰ ਸੰਪੂਰਨ ਤਰੀਕੇ ਨਾਲ ਦੀ ਜ਼ਿੰਦਗੀ 'ਚ ਲੈ ਲਈਏ। ये ना यीशु के स्वभाव की थोड़ी सी स्वभाव हमें मिले ਇਹ ਨਾ ਹੋਵੇ ਕਿ ਯੀਸ਼ੂ ਦਾ ਸੁਭਾਅ ਥੋੜਾ ਜਿਹਾ ਅਸੀਂ ਲੈ ਲਈਏ और हमारे विचार, चिंता, चाल चलन, ड्रेसिंग, ये हर बातों में यीशु की पूर्णता हमें चाहिए। ਸਾਡੇ ਖਿਆਲ ਸਾਡਾ ਸੋਚਣਾ ਸਾਡਾ ਲੈਣ ਦੇਣ ਸਾਡੇ ਸੁਭਾਅ ਸਾਡੀ ਜ਼ਿੰਦਗੀ ਸਾਰਾ ਕੁਝ ਇਹ ਸੰਪੂਰਨ ਤਰੀਕੇ ਨਾਲ ਮਸੀਹ ਯੀਸ਼ੂ ਦਾ ਹੋਣਾ ਚਾਹੀਦਾ ਹੈ। लेकिन यीशु के शिष्य और यीशु को देख के लोग नहीं पहचाने, ਕਿਉਂਕਿ ਯੀਸ਼ੂ ਮਸੀਹ ਨੂੰ ਤੇ ਯੀਸ਼ੂ ਦੇ ਚੇਲਿਆਂ ਨੂੰ ਦੇਖ ਕੇ ਯੀਸ਼ੂ ਦੀ ਪਛਾਣ ਉਹਨਾਂ 'ਚ ਨਹੀਂ ਹੁੰਦੀ ਸੀ। क्योंकि यीशु वेल ड्रेस हमेशा पहनते ਕਿਉਂਕਿ थे ਯੀਸ਼ੂ ਵਧੀਆ ਲੀੜਿਆਂ ਦੇ ਵਿੱਚ ਹੁੰਦੇ ਸੀ। और यीशु के शिष्य लोग भी ऐसे थे। ਯੀਸ਼ੂ ਦੇ ਚੇਲੇ ਵੀ ਉਸੇ ਤਰੀਕੇ ਨਾਲ ਸੀ। ये ना यीशु शिष्यों को अच्छे ड्रेस करने पाने के लिए सिखा। ਅਸੀਂ ਚੱਲੀਏ सो फल में ड्रेसिंग की बात हम कर रहे थे। ਅਸੀਂ ਜੋ ਪਹਿਰਾਵੇ ਦੀ ਗੱਲ ਕਰ ਰਹੇ ਸੀ पौलुस कहते हैं कलीसिया को खुदा की लोग योग्य ड्रेस पहनना है। ਅਤੇ ਬਾਣੀ ਦੇ ਵਿੱਚ ਲਿਖਿਆ ਪ੍ਰੇਰਿਤ ਪੌਲਸ ਸਿੱਧਾ ਆਖਦਾਗਾ ਕਿ ਜਦੋਂ ਪਰਮੇਸ਼ਵਰ ਦੇ ਲੋਕ ਆ ਉਹਨਾਂ ਨੇ ਚੰਗਾ ਪਹਿਰਾਵਾ ਪਾਉਣਾ ਹੈ। आपने देखा है
हेल्थ डिपार्टमेंट में जो काम करते हैं उन्हें एक ड्रेस कोड है। ਅਤੇ ਤੁਸੀਂ ਦੇਖਿਆ ਉਹ ਜਿਹੜੇ ਸਿਹਤ ਵਿਭਾਗ ਦੇ ਵਿੱਚ ਕੰਮ ਕਰਦੇ ਆ ਉਹਨਾਂ ਦਾ ਇੱਕ ਪਹਿਰਾਵੇ ਦੀ ਇੱਕ ਪੋਸ਼ਾਕ ਹੁੰਦੀ ਹੈ। जज का ड्रेस कोड है, ਅਤੇ ਜਿਹੜੇ ਨਿਆਈ ਹੁੰਦੇ ਆ ਉਹਨਾਂ ਦਾ ਇੱਕ ਅਲੱਗ ਹੁੰਦਾ ਹੈ। वकील को ड्रेस कोड है, ਜਿਹੜੇ ਵਕੀਲ ਹੁੰਦੇ ਆ ਉਹਨਾਂ ਦਾ ਇੱਕ ਪਹਿਰਾਵਾ ਹੈ। स्कूल की टीचर्स का ड्रेस कोड है। ਅਤੇ ਜਿਹੜੇ ਸਕੂਲ ਦੇ ਵਿੱਚ ਸਿੱਖਿਅਕ ਹੁੰਦੇ ਆ ਉਹਨਾਂ ਦਾ ਪਹਿਰਾਵਾ ਹੁੰਦਾ क्या ਹੈ। परमेश्वर की लोगों को क्या ड्रेस कोड नहीं है? ਕਿ ਪਰਮੇਸ਼ਰ ਦੇ ਲੋਕਾਂ ਦਾ ਕੋਈ ਪਹਿਰਾਵਾ ਚੰਗਾ ਨਹੀਂ ਹੈ? कोई भी कलर पहन ले, ਕੋਈ ਵੀ ਰੰਗ ਪਾ ਲਓ, लेकिन खुदा के लोगों के लिए सफेद कप वस्त्र, व्हाइट ड्रेस अच्छे लगते हैं। ਪ੍ਰਭੂ ਦੇ ਲੋਕਾਂ ਦੇ ਉੱਤੇ ਜੋ ਚੰਗਾ ਲੱਗਦਾ ਹੈ ਜੋ ਸਫेद ਲੀੜਾ। संडे के दिन ध्यान देना है। आप नई ड्रेस के लिए मैं नहीं कहते हैं, आपकी इच्छा है, लेकिन जो है साफ सुथरा अच्छी नीट ड्रेस पहन के प्रभु के चरणों में आना ਅਤੇ है। ਐਤਵਾਰ ਦੇ ਦਿਨ ਜੋ ਤੁਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਨੇ ਤੁਹਾਨੂੰ ਐਦਾਂ ਨਹੀਂ क्रिसमस के दिन में वेरी नीट बहुत श्रृंगार बनकर खुदा के चरणों में आते ਅਤੇ हैं। ਜਦੋਂ ਆਪਾਂ ਜਾਣਦੇ ਆਂ ਅਸੀਂ ਅਣਜਾਣ ਕਿਸੇ ਗੱਲੋਂ ਵੀ ਨਹੀਂ, ਅਸੀਂ ਸਭ ਕੁਝ ਜਾਣਦੇ ਆਂਗੇ ਤੇ ਸਾਨੂੰ ਪਤਾ ਹੈ ਕਿ ਵੱਡੇ ਦਿਨ ਦੇ ਜਿਹੜਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਬਹੁਤ ਹੀ ਸੋਹਣੇ ਸੁਨੱਖੇ ਬਣ ਕੇ ਆਨੇ ਆ। और ब्याह शादी में भी मैंने देखा है बहुत अच्छी ड्रेस पहन के लोग जाते हैं, ਵਿਆਹਾਂ ਦੇ ਵਿੱਚ ਵੀ ਦੇਖਿਆਗਾ ਕਿ ਬਹੁਤ ਹੀ ਸੋਹਣੇ ਬਣ ਕੇ ਜਾਂਦੇ ਆ। लेकिन प्रभु के चरणों में आते वक्त, प्रभु के चरणों में आते हुए नीट होकर अच्छी तरह नहा के ड्रेसिंग अच्छी ड्रेसिंग पहन के आप प्रभु के चरणों में आए। ਜਦੋਂ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਉਂਦੇ ਹਾਂ ਰਾਤ ਨੂੰ ਜਿਹੜੇ ਪਾ ਕੇ ਪਏ ਸੀਗੇ ਉਹੀ ਪਾ ਕੇ ਸਵੇਰੇ ਤੁਰ ਕੇ ਨਹੀਂ ਆਣਾਗਾ। ਇਸ ਕਰਕੇ ਚੰਗੇ ਤਰੀਕੇ ਨਾਲ ਅਸੀਂ ਵਧੀਆ ਆਪਣੇ ਨਾਂ ਧੋ ਕੇ ਚੰਗੇ ਪਹਿਰਾਵਾ ਪਾ ਕੇ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਉਹਨੂੰ ਇੱਜ਼ਤ ਦਿੰਦੇ ਹੋਏ ਆਈਏ। और प्रभु के लोग इस बात को ध्यान देना ਪਰਮੇਸ਼ਰ ਦੇ ਲੋਕਾਂ ਨੇ ਇਹਨਾਂ ਗੱਲਾਂ ਵੱਲ ਬੜਾ ਧਿਆਨ है। ਦੇਣਾ लोग ਹੈ। देख के समझना है सचमुच ये परमेश्वर के बच्चे हैं। ਤੇ ਜਦੋਂ ਤੁਸੀਂ ਆਨੇ ਹੋ ਤਾਂ ਲੋਕਾਂ ਨੂੰ ਇਹ ਗੱਲ ਪਤਾ ਲੱਗੇਗੀ ਸੱਚਮੁੱਚ ਇਹ ਪਰਮੇਸ਼ਰ ਦੀ ਸੰਤਾਨ ਨੇ। लोगों को कुछ बोलने के लिए कभी भी हमारी जीवन में मौका ना दे। ਤੇ ਲੋਕ ਤੁਹਾਡੇ ਵਿਰੁੱਧ ਬੋਲਣ ਜਾਂ ਤੁਹਾਡੇ ਬਾਰੇ ਕੁਝ ਬੋਲਣ ਇਦਾਂ ਦਾ ਕਦੇ ਵੀ ਕੋਈ ਵੀ ਮੌਕਾ ਲੋਕਾਂ ਨੂੰ ਨਾ ਦਿਓ। आप इस बात को ध्यान देना है। ਤੁਸੀਂ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਹੈ। तो गेहूं की दाना जब भूमि पर गिरते हैं, ਅਤੇ ਜਦੋਂ ਕਣਕ ਦਾ ਬੀਜ ਉਸ ਮਿੱਟੀ ਦੇ ਵਿੱਚ ਚਲਾ ਜਾਂਦਾ ਏ वो मर जाते हैं। ਉਹ ਨਾਸ਼ ਹੋ ਜਾਂਦਾ ਏ। नई एक बूटा उगते हैं, ਫਿਰ ਉਸ ਤੋਂ ਬਾਅਦ ਇੱਕ ਨਵਾਂ ਪੌਦਾ ਉਸ ਥਾਂ ਦੇ ਵਿੱਚ ਜਨਮ ਲੈਂਦਾ ਏ। उसमें बहुत सारे फल आते ਫਿਰ हैं। ਉਹ ਜਦੋਂ ਵੱਡਾ ਹੁੰਦਾਗਾ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਫਲ ਲੱਗਦਾ ਏ। एक दाने से ਇੱਕ ਦਾਣੇ ਤੋਂ हजारों दाना की प्रोडक्शन होते हैं। ਅਤੇ ਹਜ਼ਾਰਾਂ ਦਾਣਿਆਂ ਦੀ ਪੈਦਾਵਾਰ ਖੜੀ ਹੁੰਦੀ मेरे ਹੈ। और आपकी जीवन के द्वारा, ਮੇਰੇ ਤੇ ਤੁਹਾਡੀ ਜ਼ਿੰਦਗੀ ਦੇ ਦੁਆਰਾ, हमारी मसीही जीवन के द्वारा ਸਾਡੇ ਮਸੀਹੀ ਜੀਵਨ ਦੇ ਦੁਆਰਾ बहुत सारे फल आना होगा। ਬਹੁਤ ਸਾਰਾ ਫਲ ਆਉਣਾ ਚਾਹੀਦਾ। बहुत सारे लोगों में प्रभु की महिमा होना ਬਹੁਤ है। ਸਾਰੇ ਲੋਕਾਂ ਨੇ ਤੁਹਾਡੇ ਦੁਆਰਾ ਪਰਮੇਸ਼ਰ ਦੀ ਮਹਿਮਾ प्रभु ਹੋਵੇ। आपको चुन लिया है, ਪਰਮੇਸ਼ਰ ਨੇ ਤੁਹਾਨੂੰ ਚੁਣ ਲਿਆ ਏ। प्रभु ने आपको ठहराया है, ਪਰਮੇਸ਼ਰ ਨੇ ਤੁਹਾਨੂੰ ਨਿਯੁਕਤ ਕੀਤਾ ਏ। प्रभु ने आपको सेवा भी दी ਪਰਮੇਸ਼ਰ है। ਨੇ ਤੁਹਾਨੂੰ ਸੇਵਾ ਦਿੱਤੀ उस ਹੈ। सेवा में ਉਸ परफेक्ट हो, ਸੇਵਾ ਦੇ ਵਿੱਚ ਸਿੱਧ ਹੋਵੋ। मसीह में परफेक्ट हो, ਮਸੀਹ ਚ ਸਿੱਧ ਹੋਵੋ। यीशु में सिद्ध हो। ਯੀਸ਼ੂ ਚ ਸਿੱਧ ਹੋਵੋ। और प्रभु जैसे चाहते हैं वैसे फल भी हमसे प्रभु चाहते ਤੇ हैं। ਹੋਰ ਜਿੱਦਾਂ ਪਰਮੇਸ਼ਰ ਸਾਡੇ ਤੋਂ ਫਲ ਮੰਗਦਾ ਏ ਉਸੇ ਤਰੀਕੇ ਦੇ ਫਲ ਸਾਡੀ ਜ਼ਿੰਦਗੀ ਦੇ ਵਿੱਚ ਹੋਣੇ ਚਾਹੀਦੇ ਨੇ। यदि फल नहीं है, ਜੇਕਰ ਸਾਡੀ ਜ਼ਿੰਦਗੀ ਚੋਂ ਫਲ ਨਹੀਂ ਹੈ, यीशु फल ढूंढेंगे, ਯੀਸ਼ੂ ਜਦੋਂ ਫਲ ਲੱਭੇਗਾ तब फिर यीशु सोचेंगे यीशु ये सोचेगा मैंने इसको ठहराए, मैं ਇਹਨੂੰ ਠਹਿਰਾਇਆ, मैंने इसको रखा है, मैं ਇਹਨੂੰ ਰੱਖਿਆ, मैंने इसको सेवा दी, मैं ਇਹਨੂੰ ਸੇਵਾ ਦਿੱਤੀ, मैंने इसको से काम मैं लेना ਇਹਨੂੰ है, ਇਹਦੇ ਤੋਂ ਕੰਮ ਲਿਆ। लेकिन समझ नहीं पा रहे हैं। पर ਇਹ ਨਹੀਂ ਸਮਝ ਪਾਇਆ। बुद्धि शैतान ने बांध ली ਸ਼ੈਤਾਨ ਨੇ ਦੀ ਸਮਝ ਨੂੰ ਬੰਨਿਆ और समय खुदा की महिमा के लिए नहीं। ਜਿਹੜਾ ਵੇਲਾ ਪਰਮੇਸ਼ਰ ਦੀ ਮਹਿਮਾ ਦਾ ਸੀ ਉਹ ਨਹੀਂ ਦਿੱਤਾ ਉਹਨੂੰ। अधिक लोग समय बर्बाद कर रहे हैं। ਜ਼ਿਆਦਾਤਰ ਲੋਕ ਆਪਦੇ ਜੋ ਵੇਲਾ ਖਰਾਬ ਕਰ ਰਹੇ ਨੇ। इन दिनों में 90% लोग मोबाइल में अपने समय को बर्बाद कर रही ਇਹਨਾਂ है। ਦਿਨਾਂ 'ਚ 90% ਲੋਕ ਮੋਬਾਈਲ ਦੇ ਵਿੱਚ ਆਪਦਾ ਵੇਲਾ ਖਰਾਬ ਕਰਦੇ स्टडी ਨੇ करने वाले बच्चे पढ़ नहीं रहे, ਅਤੇ ਜਿਹੜੇ ਪੜਨ ਵਾਲੇ ਬੱਚੇ ਪੜ੍ਹਾਈ ਨਹੀਂ ਕਰ ਰਹੇ। किताब खोल के बैठेंगे अंदर मोबाइल रखेंगे, ਕਿਤਾਬ ਖੋਲ ਕੇ ਬੈੰਦੇ ਅੰਦਰੋਂ ਮੋਬਾਈਲ ਚਲਾਉਂਦੇ ਆ। माता पिता देखेंगे यहाँ बच्चे पढ़ रही है, ਮਾਪੇ ਦੇਖਣਗੇ ਲੱਗਦਾ ਬੱਚੇ ਪੜ੍ਹਦੇ ਨੇ, लेकिन बच्चों को पता क्या पढ़ रही ਪਰ है। ਬੱਚੇ ਜਾਣਦੇ ਕੀ ਪੜ੍ਹਾਈ ਚੱਲਦੀ ਹੈ। आपकी भविष्य खराब ना करें, ਤੁਸੀਂ ਆਪਦਾ ਭਵਿੱਖ ਖਰਾਬ ਨਾ ਕਰੋ, आपकी समय बर्बाद ना ਤੁਸੀਂ करें। ਆਪਦਾ ਵੇਲਾ ਖਰਾਬ ਨਾ ਕਰੋ। प्रार्थना के समय, ਦੁਆ ਦਾ ਵੇਲਾ, वचन पढ़ने के ਬਾਣੀ समय, ਪੜਨ ਦਾ ਵੇਲਾ, स्तुति आराधना के ਮਹਿਮਾ समय, ਬੜਾਈ ਦਾ ਵੇਲਾ, सेवकाई के समय ਸੇਵਾ ਦੇ ਵੇਲੇ आप बर्बाद ना ਤੁਸੀਂ करें। ਨਾਸ਼ ਨਾ ਕਰੋ। कुछ साल पहले ਕੁਝ ਵਰੇ ਪਹਿਲਾਂ पिछले समय पर ਪਿਛਲੇ ਵੇਲੇ 'ਚ वो टीवी देखकर टीवी के सामने लोगों को समय बर्बाद होते ਲੋਕ थे। ਟੀਵੀ ਦੇ ਦੁਆਰਾ ਆਪਦਾ ਵੇਲਾ ਖਰਾਬ ਕਰਦੇ ਹੁੰਦੇ ਸੀ वो टीवी आजकल पॉकेट में आ गए ਅਤੇ हैं। ਉਹ ਟੀਵੀ ਅੱਜ ਕੱਲ ਜੇਬਾਂ 'ਚ ਆ ਗਿਆ। सेम टू सेम
ਉਹ ਇੱਕੋ ਜਿਹੀ ਹੈ, एक ही चीज ਉਹ है। ਇੱਕੋ ਬਰਾਬਰ ਹੀ ਹੈ। वो अभी मोबाइल में आ ਉਹ गए ਅੱਜ हैं, ਕੱਲ ਉਹ ਜੇਬ 'ਚ ਆ ਗਿਆ, वो जेब में है। ਉਹ ਤੇ ਹੁਣ ਬੋਝੇ 'ਚ ਹੈ। चलते फिरते, ਚੱਲਦੇ ਫਿਰਦੇ, लेटते, ਸੌਂਦੇ, आमेन, ट्रेन में यात्रा करते, ट्रेन ਦੇ ਵਿੱਚ रेल चला, फ्लाइट में यात्रा करते, या फिर हवाई यात्रा करते, जहां पे भी हमेशा इसकी बिना रह नहीं पाते, ऐसे अनुभव में लोग आए। ਕਿਤੇ ਵੀ ਹੈ। ਫਿਰ ਇਹੋ ਜਿਹੇ ਅਨੁਭਵ ਦੇ ਵਿੱਚ ਆਗੇ ਤੋਂ ਬਿਨਾਂ ਰਿਹਾ ਨਹੀਂ ਜਾਂਦਾ। और प्रभु की लोग इस बात को जानना है। ਪਰਮੇਸ਼ਰ ਦੇ ਲੋਕਾਂ ਨੇ ਇਹ ਗੱਲ ਨੂੰ ਜਾਣਨਾ ये ਹੈ। चीज अच्छी है, लेकिन इसकी एडिक्शन में नहीं रहे, ਅਤੇ ਇਹ ਚੰਗੀ ਚੀਜ਼ ਹੈ, ਪਰ ਇਹਦੇ ਅਸੀਂ ਜੋ ਐਡਿਕਸ਼ਨ ਦੇ ਵਿੱਚ ਨਾ ਰਹੀਏ, और इसकी गुलामी में ना ਇਹਦੀ रहे, ਗੁਲਾਮੀ 'ਚ ਨਾ और ਰਹੀਏ, हमारे समय को बर्बाद ना ਆਦਾ करें। ਬੇੜਾ ਖਰਾਬ ਨਾ ਕਰੀਏ। हमें प्रभु से इस बात पे हम अलग ना करें। ਪਰਮੇਸ਼ਰ ਤੋਂ ਸਾਨੂੰ ਇਹ ਗੱਲਾਂ ਵੱਖਰੀਆਂ ਨਾ सो ਕਰਨ। प्रभु जब भी हमसे फल चाहते ਜਦੋਂ हैं, ਪ੍ਰਭੂ ਸਾਡੇ ਤੋਂ ਫਲ ਮੰਗਦਾ उस ਹੈ, समय हमारी जीवन में फल होना जरूरी ਉਦੋਂ है। ਸਾਡੀ ਜ਼ਿੰਦਗੀ 'ਚ ਫਲ ਹੋਣਾ ਜ਼ਰੂਰੀ ਹੈ। जिस अंजीर की पेड़ में फल नहीं थे, ਜਿਹੜੇ ਅੰਜੀਰ ਦੇ ਬ੍ਰਿਕਸ਼ ਦੇ ਉੱਤੇ ਫਲ ਨਹੀਂ ਸੀ, और उस दरख्त को प्रभु नहीं चाहते थे। ਅਤੇ ਉਸ ਦਰਖਤ ਨੂੰ ਵੀ ਪਰਮੇਸ਼ਰ ਨਹੀਂ ਚਾਹੁੰਦਾ ਸੀ। गलातियों को किताब पुस्तक ਗਲਾਤੀਆਂ ਦੇ ਖੱਤ 2 अध्याय उसकी 20वां वचन में लिखा ਦੂਜਾ है, ਅਧਿਆਇ ਉਹਦਾ 20 ਵਚਨ 'ਚ ਇਹਦਾ ਲਿਖਿਆ ਹੈ, I am crucified with Jesus. ਅਤੇ ਮੈਂ ਮਸੀਹ ਦੇ ਨਾਲ ਸਲੀਬ ਦਿੱਤਾ ਗਿਆ ਹਾਂ, Now I am not alive. ਅਤੇ ਮੈਂ ਹੁਣ ਜਿਉਂਦਾ ਨਹੀਂ ਰਿਹਾ। Jesus is alive in me. ਯੀਸ਼ੂ ਮੇਰੇ ਅੰਦਰ ਜਿਉਂਦਾ ਹੈ, Jesus is alive in me. ਯੀਸ਼ੂ ਮੇਰੇ ਅੰਦਰ ਜਿਉਂਦਾ ਹੈ, क्योंकि नई अनुभव हमारे जीवन में आए, ਕਿਉਂਕਿ ਇੱਕ ਨਵਾਂ ਅਨੁਭਵ ਮੇਰੀ ਜ਼ਿੰਦਗੀ 'ਚ ਆਇਆ ਹੈ, नई फल हमारे जीवन में ਨਵਾਂ आए। ਫਲ ਮੇਰੀ ਜ਼ਿੰਦਗੀ 'ਚ ਆਇਆ ਹੈ। जब से यीशु हमारी जीवन में ਜਦੋਂ ਦਾ आए, ਯੀਸ਼ੂ ਮੇਰੀ ਜ਼ਿੰਦਗੀ 'ਚ ਆਇਆ, जब से यीशु की स्वभाव हमारे ਜਦੋਂ ਦਾ जीवन में ਯੀਸ਼ੂ आए, ਮੇਰੇ ਸੁਭਾਅ ਦੇ ਵਿੱਚ ਆਇਆ, जब से यीशु के लिए हमने अर्पण की ਜਦੋਂ ਦਾ है। ਆਪਦੀ ਜ਼ਿੰਦਗੀ ਨੂੰ ਯੀਸ਼ੂ ਦੇ ਲਈ ਦੇ ਦਿੱਤਾ। सो बाइबल क्या कहते हैं? ਬਾਣੀ 'ਚ ਕੀ ਲਿਖਿਆ ਹੈ? क्रूसीफाइड विद जीसस। ਯੀਸ਼ੂ ਦੇ ਨਾਲ ਸਲੀਬ ਦੇ ਉੱਤੇ ਚੜਾਇਆ ਗਿਆ। जो पुराना मनुष्य मर गई, ਜਿਹੜਾ ਬੰਦਾ ਪੁਰਾਣਾ ਸੀ ਉਹ ਖਤਮ ਹੋ ਗਿਆ, पुरानी स्वभाव खत्म, पुराना स्वभाव मर गया, पुराना जीवन पुरानी खत्म, जिंदगी खत्म, पुरानी आदतें पुरानी खत्म, आदतें खत्म, सब कुछ खत्म, बहुत सारा कुछ पुराना एक खत्म, नई जीवन, एक नई जिंदगी, नई फल, नवे फल, नई नया स्वभाव, स्वभाव, यीशु की स्वभाव। यीशु दा स्वभाव। और पौलुस कहते हैं, अदे पौलुस से दाखदा है, now हुन Jesus is alive in me, यीशु मेरे अंदर जिंदा है, Jesus is alive in me। यीशु मेरे अंदर जिंदा है, विश्वास करने वालों पर यीशु जिंदा है। विश्वास करने वाले दे अंदर यीशु और जिंदा है। आगे हम पढ़ते हैं, अगे आपां पढ़दे हां, अब मैं इस विश्वास में है, अते हुन मैं इस विश्वास दे विच यीशु मसीह मुझ में जीवित रहते हैं। यीशु मसीह मेरे अंदर जिंदा रहंदा जब है। यीशु मसीह आपके अंदर जीवित ਜਦੋਂ रहेंगे यीशु मसीह ਤੁਹਾਡੇ ਅੰਦਰ ਜਿਉਂਦਾ ਰਹੇਗਾ, और यीशु के स्वभाव में हम ਫਿਰ रहेंगे, यीशु ਦੇ ਸੁਭਾਅ 'ਚ ਅਸੀਂ ਰਹਾਂਗੇ, यीशु के स्वभाव में हम जीवन बिताएंगे। यीशु ਦੇ ਸੁਭਾਅ 'ਚ ਅਸੀਂ ਜ਼ਿੰਦਗੀ ਗੁਜ਼ਾਰਾਂਗੇ। एक मनुष्य के अंदर ਇੱਕ ਬੰਦੇ ਦੇ ਅੰਦਰ 2 स्वभाव हैं, ਦੋ ਤਰ੍ਹਾਂ ਦੇ ਸੁਭਾਅ ਹੈ, एक शरीर की स्वभाव, ਇੱਕ ਦੇਹਿਕ ਸੁਭਾਅ, एक आत्मा की ਇੱਕ स्वभाव। ਰੂਹ ਦਾ ਸੁਭਾਅ। इस शरीर की स्वभाव क्यों मनुष्य के अंदर प्रकट होता ਅਤੇ है ਇਹ ਦੇਹਿਕ ਸੁਭਾਅ ਕਿਉਂ ਬੰਦੇ ਦੇ ਅੰਦਰੋਂ ਜ਼ਾਹਿਰ ਹੁੰਦਾ ਹੈ? और आत्मिक स्वभाव को शारीरिक स्वभाव दफाव डालते हैं, ਕਿਉਂਕਿ ਜਿਹੜਾ ਰੂਹਾਨੀ ਸੁਭਾਅ ਹੁੰਦਾਗਾ ਉਸ ਨੂੰ ਦੇਹਿਕ ਸੁਭਾਅ ਨੱਪ ਲੈਂਦਾ ਹੈ। और उसके लिए खुदा के लोग प्रार्थना में, स्तुति में, आराधना में, उपवास में रहते हुए समय इस शरीर के स्वभाव, आत्मिक स्वभाव को, आत्मिक स्वभाव इस शारीरिक स्वभाव को दबा देते हैं। ਅਤੇ ਜਦੋਂ ਪਰਮੇਸ਼ਰ ਦੇ ਲੋਕ ਵਿਸ਼ਵਾਸ ਦੇ ਵਿੱਚ ਰਹਿੰਦੇ ਆ, ਪ੍ਰਾਰਥਨਾ ਦੇ ਵਿੱਚ ਰਹਿੰਦੇ ਆ, ਆਰਾਧਨਾ ਦੇ ਵਿੱਚ ਰਹਿੰਦੇ ਆ, ਵਰਤ ਰੱਖਦੇ ਆ, ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸਮਾਂ ਬਿਤਾਉਂਦੇ ਆ, ਤਾਂ ਉਸ ਵੇਲੇ ਜਿਹੜਾ ਰੂਹਾਨੀ ਸੁਭਾਅ ਹੁੰਦਾ ਹੈ, ਉਹ ਉੱਠ ਖੜਾ ਹੁੰਦਾ ਹੈ ਤੇ ਜਿਹੜੇ ਦੇਹਿਕ ਸੁਭਾਅ ਨੂੰ ਨੱਪਦਾ ਹੈ। इसलिए पॉल से इज क्रूसिफाइड विद जीसस। ਇਸ ਕਰਕੇ ਪੌਲੁਸ ਆਖਦਾ ਮੈਂ ਮਸੀਹ ਨਾਲ ਸਲੀਬ ਉੱਤੇ ਚੜਾਇਆ ਗਿਆ ਹਾਂ, मैं जीवित नहीं है, ਹੁਣ ਮੈਂ ਤਾਂ ਜਿਉਂਦਾ ਨਹੀਂ ਹਾਂ, मेरे शरीर जीवित ਮੇਰੀ नहीं है, ਦੇਹ ਜਿਉਂਦੀ ਨਹੀਂ ਹੈ, मेरी इच्छा जीवित नहीं ਮੇਰੀਆਂ है, ਇੱਛਾਵਾਂ ਲਾਲਸਾਵਾਂ मेरे ਜਿਉਂਦੀਆਂ ਨਹੀਂ स्वभाव ਹੈ, जीवित ਮੇਰਾ नहीं है, ਸੁਭਾਅ ਜਿਉਂਦਾ ਨਹੀਂ ਹੈ, मेरे आदत भी जीवित नहीं है, ਮੇਰੀਆਂ ਆਦਤਾਂ ਤੱਕ ਜਿਉਂਦੀਆਂ ਨਹੀਂ ਹੈ, रीति रिवाज भी जीवित नहीं ਰੀਤੀ है, ਰਿਵਾਜ ਜਿਉਂਦੇ ਨਹੀਂ ਹੈ, क्योंकि मसीह यीशु मुझ में है, ਕਿਉਂਕਿ ਮਸੀਹ ਯੀਸ਼ੂ ਹੁਣ ਮੇਰੇ 'ਚ ਹੈ, यीशु मुझ में जीवित है। ਯੀਸ਼ੂ ਹੁਣ ਮੇਰੇ 'ਚ ਜਿਉਂਦਾ ਹੈ। प्रभु की लोग, ਪਰਮੇਸ਼ਰ ਦੇ ਲੋਕ, खुदा की लोग ਪ੍ਰਭੂ ਦੇ ਲੋਕ यीशु की गुलामी में, ਯੀਸ਼ੂ ਦੇ ਗੁਲਾਮੀ 'ਚ, यीशु की स्वभाव में ਯੀਸ਼ੂ है, ਦੇ ਸੁਭਾਅ 'ਚ, ना शरीर में, ਨਾ ਦੇਹ 'ਚ, ना मनुष्य के ਨਾ स्वभाव में, ਮਨੁੱਖ ਦੇ ਦੇਹ 'ਚ, ना रीति रिवाज ਨਾ ਰੀਤੀ में, ਰਿਵਾਜਾਂ 'ਚ, ना किसी प्रकार के स्वभाव में ना नहीं, किसी होर स्वभाव च। यीशु की स्वभाव में ਕਿਸੇ है। ਹੋਰ ਸੁਭਾਅ 'ਚ ਨਹੀਂ, ਪਰ ਯੀਸ਼ੂ ਦੇ ਸੁਭਾਅ 'ਚ ਹੈ। इसलिए फिलिपियों को पत्र 2 अध्याय में पौलुस कहते ਇਸ हैं, ਕਰਕੇ ਫਿਲਿਪੀਆਂ ਦੇ ਖੱਤ 2 ਅਧਿਆਇ ਦੇ ਵਿੱਚ ਪੌਲੁਸ ਇਦਾਂ ਆਖਦਾ जैसे ਹੈ, मसीह की स्वभाव ਜਿੱਦਾਂ ਮਸੀਹ ਯੀਸ਼ੂ ਦਾ ਸੁਭਾਅ, वैसे तुम्हारा भी स्वभाव ਉਦਾਂ हो। ਹੀ ਤੁਹਾਡਾ ਸੁਭਾਅ ਹੋਵੇ। मसीह की स्वभाव कैसे है? ਮਸੀਹ ਦਾ ਸੁਭਾਅ ਕਿਦਾਂ ਹੈ? मसीह की स्वभाव ਮਸੀਹ ਦਾ ਸੁਭਾਅ बड़ाई नहीं करते हैं, ਉਹ ਵਡਿਆਈ ਨਹੀਂ ਕਰਦਾ, मसीह की स्वभाव ਮਸੀਹ ਦਾ ਸੁਭਾਅ प्रशंसा नहीं करते हैं, ਅਤੇ ਉਹ ਆਪਣੀ ਵਡਿਆਈ ਨਹੀਂ ਮਾਰਦਾ, आत्म प्रशंसा नहीं करते, ਆ ਖੁਦ ਦੀ ਵਡਿਆਈ ਨਹੀਂ ਕਰਦਾ। मसीह की स्वभाव ਮਸੀਹੀ ਸੁਭਾਅ नम्र स्वभाव है, ਬੜਾ ਦੀਨ ਜਿਹਾ ਸੁਭਾਅ ਹੈ। मसीह की स्वभाव ਮਸੀਹ ਦਾ ਸੁਭਾਅ जंपिंग नहीं करते हैं, ਅਤੇ ਉਹ ਛਾਲਾ ਮਾਰਨ ਵਾਲਾ ਨਹੀਂ ਹੈ,
मसीह की स्वभाव ਮਸੀਹ ਦਾ ਸੁਭਾਅ नम्र स्वभाव है। ਬੜਾ ਦੀਨ ਅਤੇ ਨਮਰ ਸੁਭਾਅ ਹੈ। मसीह के स्वभाव में हम रहते हुए ਮਸੀਹ ਦੇ ਸੁਭਾਅ 'ਚ ਅਸੀਂ ਰਹਿੰਦੇ ਹੋਏ दूसरे भी सीख जाएंगे। ਦੂਜੇ ਵੀ ਸਾਨੂੰ ਦੇਖ ਕੇ ਸਿੱਖ ਜਾਣਗੇ। हो सकते हैं कई बार इस बात में प्रचार में बताएं। ਹੋ ਸਕਦਾ ਕਾਫੀ ਵਾਰ ਮੈਂ ਤੁਹਾਨੂੰ ਇਹ ਗੱਲ ਦੱਸੀ ਹੈ। हमारे राष्ट्रपिता महात्मा गांधी एक बार ट्रेन में यात्रा कर रहे थे। ਅਤੇ ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਜੋ ਇੱਕ ਵਾਰੀ ਰੇਲ ਦੇ ਵਿੱਚ ਯਾਤਰਾ ਕਰ ਰਹੇ ਸੀ सो एक ब्रिटिश व्यक्ति ने उसकी जूते से मारे ਅਤੇ ਇੱਕ ਅੰਗਰੇਜ਼ ਨੇ ਉਹਦੇ ਠੁੱਡਾ ਮਾਰਿਆ और वो गिर गई, ਅਤੇ ਉਹ ਡਿੱਗ ਗਏ। ट्रेन में गिर गए ਉਹ ਰੇਲ ਦੇ ਵਿੱਚ ਡਿੱਗ ਪਏ और उसने जोर जोर से मारे हैं ਅਤੇ ਉਹਨੇ ਹੋਰ ਵੀ ਠੁੱਡੇ ਉਹਦੇ ਜ਼ੋਰ-ਜ਼ੋਰ ਨਹੀਂ ਮਾਰੇ। और उसकी जूते हैं बड़े भारी स्ट्रॉन्ग जूता था। ਅਤੇ ਜਿਹੜੇ ਉਹਦੇ ਬੂਟ ਪਾਏ ਹੋਏ ਸੀਗੇ, ਜਿਹੜੇ ਜੁੱਤੇ ਪਾਏ ਸੀ, ਉਹ ਕਾਫੀ ਜ਼ਿਆਦਾ ਭਾਰੀ ਸੀਗੇ, ਕਾਫੀ ਹਾਰਡ ਸੀ। महात्मा गांधी की धांधे इस फ्रंट साइड के टूट गए, तुरंत बड़ी खून आए। ਅਤੇ ਮਹਾਤਮਾ ਗਾਂਧੀ ਦੇ ਜਿਹੜੇ ਉੱਪਰਲੇ ਦੰਦ ਸੀਗੇ ਉਹ ਉਸ ਠੁੱਡਾ ਮਾਰਨ ਦੇ ਕਰਕੇ ਉਹ ਟੁੱਟ ਗਏ ਤੇ ਉਸੇ ਵੇਲੇ ਖੂਨ ਨਿਕਲ ਲੱਗਿਆ। उस ब्रिटिश व्यक्ति के जूते में महात्मा गांधी की मुंह से खून गिरे हैं। ਅਤੇ ਉਸ ਜਦੋਂ ਉਹ ਅੰਗਰੇਜ਼ ਨੇ ਜਦੋਂ ਉਹਦੇ ਠੁੱਡਾ ਮਾਰਿਆ ਤਾਂ ਉਸ ਜਦੋਂ ਖੂਨ ਨਿਕਲਿਆ ਉਹਦੇ ਮੂੰਹ ਦੇ ਵਿੱਚੋਂ ਤਾਂ ਉਹਦੇ ਜੋ ਜੁੱਤੇ ਦੇ ਉੱਤੇ ਉਹਦਾ ਖੂਨ ਲੱਗ ਗਿਆ। और महात्मा गांधी तुरंत रुमाल उठा के और उसकी जूते में खून थे उस खून को साफ कर दी। ਤੇ ਮਹਾਤਮਾ ਗਾਂਧੀ ਨੇ ਆਪਣਾ ਰੁਮਾਲ ਕੱਢਿਆ ਤੇ ਉਹਦੇ ਬੂਟ ਦੇ ਉੱਤੇ ਲੱਗੇ ਹੋਏ ਖੂਨ ਨੂੰ ਸਾਫ਼ ਕਰਨਾ ਸ਼ੁਰੂ ਕੀਤਾ। उस ब्रिटिश व्यक्ति के हृदय पिघल गए। ਤੇ ਉਸ ਅੰਗਰੇਜ਼ ਦਾ ਜਿਹੜਾ ਦਿਲ ਸੀ ਪਿਘਲ ਗਿਆ। उसने पूछा है तुम्हें कैसे मालूम ये काम करने, किसने सीखा, कहां से सीखा है? ਅਤੇ ਉਹਨੇ ਕਿਹਾ ਕਿ ਇਹ ਤੁਹਾਡਾ ਸੁਭਾਅ ਇਸ ਤਰ੍ਹਾਂ ਦਾ ਕਿਵੇਂ ਹੈ, ਤੁਸੀਂ ਇਹ ਸੁਭਾਅ ਕਿੱਥੋਂ ਲਿਆਂਦਾ ਤੇ ਕਿਸ ਤਰੀਕੇ ਨਾਲ ਇਹ ਤੁਹਾਡਾ ਬਣ ਗਿਆ। महात्मा गांधी ने कहा तुम्हारे हाथ के जो बाइबल है, तुम्हारी बाइबल से मैंने इस बात को ਅਤੇ सीखा ਮਹਾਤਮਾ है। ਗਾਂਧੀ ਨੇ ਬਾਪੂ ਨੇ ਇਹ ਉੱਤਰ ਦਿੱਤਾ ਕਿ ਤੇਰੇ ਹੱਥਾਂ ਦੇ ਵਿੱਚ ਜਿਹੜੀ ਬਾਈਬਲ ਹੈਗੀ ਜਿਸ ਨੂੰ ਤੁਸੀਂ ਪੜ੍ਹਦੇ ਹੋ ਉਹਦੇ ਵਿੱਚੋਂ ਮੈਂ ਇਸ ਗੱਲ ਨੂੰ ਸਿੱਖਿਆ ਹੈ। परमेश्वर की लोग मसीह यीशु की स्वभाव में रहना जरूरी है। ਪਰਮੇਸ਼ਰ ਦੇ ਲੋਕ ਮਸੀਹ ਯੀਸ਼ੂ ਦੇ ਸੁਭਾਅ 'ਚ ਰਹਿਣਾ ਬਹੁਤ ਜ਼ਰੂਰੀ जैसे ਹੈ। पिछले दिन में प्रचार में बताएं, यदि हमें कोई सलाप करे दूसरा भी दिखाने हमें जरूरी ਅਤੇ है। ਜੇ ਪਹਿਲਾਂ ਵੀ ਤੁਹਾਨੂੰ ਦੱਸਿਆਗਾ ਬਾਈਬਲ ਦੇ ਵਿੱਚ ਵੀ ਲਿਖਿਆ ਕਿ ਜੇਕਰ ਤੁਹਾਡੇ ਕੋਈ ਇੱਕ ਗੱਲ ਦੇ ਉੱਤੇ ਥੱਪੜ ਮਾਰਦਾ ਤਾਂ ਦੂਸਰਾ ਵੀ ਜ਼ਰੂਰ ਉਸ ਨੂੰ यदि ਦਿਖਾਓ। हमें कोई उपद्रव करने वाले उनको ब्लेस करना है। ਜੇਕਰ ਤੁਹਾਨੂੰ ਕੋਈ ਦੁੱਖ ਦਿੰਦਾਗਾ ਤਾਂ ਉਹਨੂੰ ਆਸ਼ੀਸ਼ਿਤ ਕਰੋ। यदि आपके खिलाफ कुछ बात करने वाले कभी उसको शराब ना करें, उन्हें ब्लेस करें। ਜੇਕਰ ਤੁਹਾਡੇ ਵਿਰੁੱਧ ਕੋਈ ਗੱਲਾਂ ਕਰਦਾਗਾ ਤਾਂ ਕਦੇ ਵੀ ਉਹਨੂੰ ਤੁਸੀਂ ਸ਼ਰਾਪ ਨਾ ਦੇਵੋ, ਉਹਨੂੰ ਬਰਕਤ ਦੇਵੋ। मैं चेन्नई में एक प्रभु के दास को जानते ਚੇਨਈ 'ਚ हैं ਇੱਕ ਪ੍ਰਭੂ ਦੇ ਦਾਸ ਨੂੰ ਜਾਣਦੇ ਆ जिसके नाम पास्टर डी मोहन है। ਜਿਹਦਾ ਨਾਮ ਪਾਸਟਰ ਡੀ ਮੋਹਨ ਹੈ अराउंड 55,000 लोग उसके ਅਤੇ चर्च में हैं। 55,000 ਲੋਕ ਉਹਨਾਂ ਦੀ ਕਲੀਸਿया 'ਚ ਨੇ। पिछले समय पर उसकी गवाही में सुने ਪਿਛਲੇ हैं। ਦਿਨਾਂ 'ਚ ਉਹਨਾਂ ਦੀ ਗਵਾਹੀ ਨੂੰ ਮੈਂ यदि ਸੁਣਿਆ। उसके खिलाफ में कोई कुछ कहेगा ਜੇ तो ਉਹਨਾਂ ਦੇ ਵਿਰੋਧ 'ਚ ਕੋਈ ਕੁਝ ਬੋਲਦਾ ਤਾਂ उसके दिल में इच्छा होती है कुछ मदद करना उसको। ਤਾਂ ਉਸ ਬੰਦੇ ਦੇ ਪ੍ਰਭੂ ਦੇ ਦਾਸ ਦੇ ਅੰਦਰ ਇੱਕ ਇੱਛਾ ਹੁੰਦੀ ਹੈ ਕਿ ਜਿਹਨੇ ਬੋਲਿਆ ਉਹਦੀ ਕੁछ ना कुछ सहायता की जाए। तुरंत उसने उस व्यक्ति को उसके खिलाफ बात करने वालों को कुछ पैसा भेज देते, मनी ऑर्डर कैसे भी बैंक अकाउंट में कुछ पैसा भेज देते और 10,000 5,000 2,000 ऐसे पैसा भेजते हैं और उसके खिलाफ जिन्होंने बोला है उसको थोड़ा मदद करे। ਅਤੇ ਜੋ ਪ੍ਰਭੂ ਦੇ ਦਾਸ ਦੇ ਵਿਰੁੱਧ ਜਿਹੜੇ ਬੋਲਣ ਵਾਲੇ ਲੋਕਾਂ ਦੀ ਉਹ ਸਹਾਇਤਾ ਕਰਦੇ ਸੀਗੇ ਕਿਸੇ ਨਾ ਕਿਸੇ ਤਰੀਕੇ ਦੇ ਦੁਆਰਾ ਅਤੇ ਉਹ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੂੰ ਦੇਣ ਦਾ ਇੱਕ ਇਹੋ ਜਿਹਾ ਇੱਕ ਉਹਨਾਂ ਦੇ ਅੰਦਰ ਇੱਕ ਸੁਭਾਅ ਹੈ। और मैं आपसे इसलिए इस बात को कहा, आपको उपद्रव करने वालों को आप ब्लेस करना ਅਤੇ है। ਤੁਹਾਨੂੰ ਇਸੇ ਕਰਕੇ ਮੈਂ ਇਹ ਗੱਲ ਸਿਖਾਈ ਹੈ ਕਿ ਜਿਹੜੇ ਤੁਹਾਨੂੰ ਦੁੱਖ ਦਿੰਦੇ ਨੇ ਤੁਸੀਂ ਉਹਨਾਂ ਨੂੰ ਬਰਕਤ ਦਿਓ और आपके जीवन में परमेश्वर की ब्लेसिंग आएंगे। ਪਰਮੇਸ਼ਰ ਦੀ ਬਰਕਤ ਫੇਰ ਤੁਹਾਡੀ ਜ਼ਿੰਦਗੀ ਚ वचन में ਆਵੇਗੀ। क्या कहते ਬਾਣੀ ਚ ਕੀ हैं? ਲਿਖਿਆ ਹੈ? 23 भजन संहिता में दाऊद कहते हैं ਜ਼ਬੂਰ 23 ਦੇ ਵਿੱਚ ਏਦਾਂ ਪ੍ਰਭੂ ਦਾ ਦਾਸ ਆਖਦਾ ਹੈ शत्रु के सामने तेरे लिए मेज ਵੈਰੀਆਂ बिछाएंगे। ਦੇ ਸਾਹਮਣੇ ਤੇਰੇ ਵਾਸਤੇ ਮੇਜ਼ ਵਿਛਾਏਗਾ। यदि आपको कोई गिराना चाहते ਜੇਕਰ हैं, ਕੋਈ ਤੁਹਾਨੂੰ ਥੱਲੇ ਸੁੱਟਣਾ ਚਾਹੁੰਦਾ यदि ਹੈ, आपको गवाही को खत्म करना चाहते हैं, ਜੇਕਰ ਤੁਹਾਡੀ ਕੋਈ ਗਵਾਹੀ ਨੂੰ या ਮਾਰਨਾ आपके ਚਾਹੁੰਦਾ कोई ਹੈ, उपद्रव करना ਜਾਂ चाहते ਤੁਹਾਨੂੰ ਕੋਈ हैं, ਦੁੱਖ ਦੇਣਾ ਚਾਹੁੰਦਾ ਹੈ, जब आप मसीह में रहने ਜਦੋਂ वाले ਤੁਸੀਂ हैं, ਮਸੀਹ ਦੇ ਲੋਕ ਹੋ, आप मसीह में ही रहे ਤੁਸੀਂ ਮਸੀਹ ਚ ਰਹੋ और उस व्यक्ति को भलाई ਉਸ करें। ਬੰਦੇ ਦੇ ਨਾਲ ਅੱਛਾ ਕਰੋ। 100% परमेश्वर शत्रु के सामने तुम्हारे लिए मेज बिछाएंगे। 100% ਪਰਮੇਸ਼ਰ ਉਸ ਵੈਰੀਆਂ ਦੇ ਸਾਹਮਣੇ ਤੁਹਾਡੇ ਲਈ ਇੱਜ਼ਤ ਦਾ ਮੇਜ਼ ਵਿਛਾਵੇਗਾ। परमेश्वर आपको ऊंचा उठाएंगे ਪਰਮੇਸ਼ਰ ਤੁਹਾਨੂੰ ਉੱਚਾ ਚੱਕੇਗਾ क्योंकि मसीह की स्वभाव में आप रहकर परमेश्वर की महिमा होंगे। ਕਿਉਂਕਿ ਮਸੀਹ ਦੇ ਸੁਭਾਅ 'ਚ ਜੋ ਤੁਸੀਂ ਰਹੋਗੇ ਫਿਰ ਪਰਮੇਸ਼ਰ ਦੀ ਵਡਿਆਈ ਤੁਹਾਡੀ ਜ਼ਿੰਦਗੀ 'ਚ ਹੋਵੇਗੀ।
यहाँ के फल के विषय में बताएं। अब मसीह की स्वभाव हमारे जीवन में एक फल है। ਅਤੇ ਤੁਹਾਨੂੰ ਦੱਸ ਰਹੇ ਸੀਗੇ ਪਰ ਇਸ ਫਲ ਦੇ ਬਾਰੇ ਤੇ ਇਹ ਮਸੀਹੀ ਸੁਭਾਅ ਤੁਹਾਡੀ ਜ਼ਿੰਦਗੀ ਦਾ ਇੱਕ ਫਲ ਹੈ। यूहन्ना की सुसमाचार ਯੋਹੰਨਾ ਦੀ ਇੰਜੀਲ 15 अध्याय 15 ਅਧਿਆਏ उसकी 2 आयत में लिखा है। ਉਹਦੇ 2 ਵਚਨ ਤੇ ਤਾਂ ਲਿਖਿਆ ਹੈ। यीशु कहते हैं ਯੀਸ਼ੂ ਆਖਦੇ ਨੇ सच्ची दाखलता मैं हूं, ਸੱਚੀ ਦਾਖਲਤਾ ਮੈਂ ਆ, तुम ठेनिया हो, ਤੁਸੀਂ ਡਾਲੀਆਂ ਹੋ मेरे पिता किसान है। ਅਤੇ ਮੇਰਾ ਪਿਤਾ ਕਿਸਾਨ ਹੈ। हम कौन है? ਅਸੀਂ ਕੌਣ ਹੈ? ब्रांचेस, ਅਸੀਂ ਉਹਦੀਆਂ ਟਾਹਣੀਆਂ ਹਾਂ। टाणिया। हाँ, ਅਸੀਂ ਉਹਦੀਆਂ ਟਾਹਣੀਆਂ। फल जड़ में नहीं होते, ਫਲ ਜੜ ਦੇ ਵਿੱਚ ਨਹੀਂ ਹੁੰਦਾ। फल दाखलता की ब्रांचेस में होते हैं। ਅਤੇ ਅੰਗੂਰਾਂ ਦੀ ਵੇਲ ਦੇ ਜਿਹੜੇ ਅੰਗੂਰ ਲੱਗਦੇ ਆ, ਫਲ ਲੱਗਦੇ ਆ, ਉਹ ਹਮੇਸ਼ਾ ਉਹਨਾਂ ਦੀਆਂ ਟਾਹਣੀਆਂ ਦੇ ਉੱਤੇ ਲੱਗਦੇ ਆ। उस ब्रांच में ठानिया में जब फल नहीं होता है ਅਤੇ ਉਸ ਟਾਹਣੀਆਂ ਦੇ ਉੱਤੇ ਜਦੋਂ ਫਲ ਨਹੀਂ ਹੁੰਦੇ उसको छांटते हैं, ਫਿਰ ਉਹਨੂੰ ਛਾਂਟਿਆ ਜਾਂਦਾ ਏ। उसको छांटते हैं। ਫਿਰ ਉਹਨੂੰ ਛਾਂਟਿਆ ਜਾਂਦਾ ਏ। क्यों छांटते हैं? ਕਿਉਂ ਉਹਨੂੰ ਛਾਂਟਿਆ ਜਾਂਦਾ ਹੈ? लिखा है अधिक फल लाने के ਅਤੇ लिए। ਲਿਖਿਆ ਹੋਇਆ ਕਿ ਤਾਂ ਇਸ ਕਰਕੇ ਛਾਂਟਿਆ ਜਾਂਦਾ ਤਾਂ ਕਿ ਹੋਰ ਜ਼ਿਆਦਾ ਫਲ ਲੈ ਕੇ ਆਵੇ। बोलो हालेलुया। अधिक फल लाने के लिए छांटते हैं। ਹੋਰ ਫਲ ਲੈ ਕੇ ਆਉਣ ਦੇ ਲਈ ਛਾਂਟਿਆ ਜਾਂਦਾ ਏ। आज हमारे जीवन में ऐसी बात है तो जान लो, परमेश्वर चाहते हैं अधिक फल हम लाएं। ਅਤੇ ਇਦਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਗੱਲ ਹੈ ਤਾਂ ਪਰਮੇਸ਼ਰ ਉਹ ਚਾਹੁੰਦਾ ਹੈ ਕਿ ਤੁਹਾਨੂੰ ਛਾਂਟਿਆ ਜਾਵੇ ਤੇ ਤੁਸੀਂ ਹੋਰ ਜ਼ਿਆਦਾ ਫਲ ਲੈ ਕੇ ਆਓ। और फल हमारे जीवन में आ जाए। ਹੋਰ ਵੀ ਫਲ ਸਾਡੀ ਜ਼ਿੰਦਗੀ ਚ ਆ ਜਾਵੇ। मेरे और आपकी जीवन में अधिक फल परमेश्वर चाहते हैं। ਮੇਰੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦਾ ਹੋਰ ਜ਼ਿਆਦਾ ਫਲ ਪਰਮੇਸ਼ਰ ਚਾਹੁੰਦਾ ਹੈ। इसलिए ਇਸ ਕਰਕੇ भजन संहिता पहला अध्याय में लिखा है ਜ਼ਬੂਰ 1 ਅਧਿਆਇ ਦੇ ਵਿੱਚ ਤਾਂ ਲਿਖਿਆ ਹੈ धर्मी उस वृक्ष के समान है, बहती नदी के किनारे पर लगाए। ਅਤੇ ਲਿਖਿਆ ਹੋਇਆ ਕਿ ਧਰਮੀ ਬੰਦਾ ਉਸ ਬੂਟੇ ਦੇ ਸਮਾਨ ਹੈ ਜਿਹੜਾ ਬਹਿੰਦੀ ਨਦੀਆਂ ਦੇ ਕਿਨਾਰੇ ਲਾਇਆ ਜਾਂਦਾ ਹੈ। क्योंकि नदी के किनारे पर जो वृक्ष है, ਕਿਉਂਕਿ ਜਿਹੜਾ ਨਦੀ ਕਿਨਾਰੇ ਲੱਗਿਆ ਬੂਟਾ ਹੁੰਦਾ ਹੈ उस वृक्ष का रूट उस नदी में जाकर हमेशा पानी लेते हैं। ਅਤੇ ਜਿਹੜਾ ਉਸ ਜੋ ਦਰਖਤ ਜਾਂ ਉਸ ਬੂਟੇ ਦੀਆਂ ਜਿਹੜੀ ਜੜਾਂ ਹੁੰਦੀਆਂ ਉਹ ਨਦੀ ਦੇ ਕੋਲੇ ਲੱਗਣ ਕਰਕੇ ਉਥੋਂ ਜਲਦੀ ਪਾਣੀ ਨੂੰ ਪਾ ਲੈਂਦੀਆਂ ਨੇ। इसलिए बाइबल कहते हैं पत्ता नहीं मुरझाता, ਇਸ ਕਰਕੇ ਬਾਣੀ 'ਚ ਲਿਖਿਆ ਉਹਦੇ ਪੱਤੇ ਨਹੀਂ ਕੁਮਲਾਉਂਦੇ समय समय पर फल लाते हैं। ਅਤੇ ਆਪਣੇ ਵੇਲੇ ਸਿਰੋਂ ਫਲ ਲੈ ਕੇ ਆਉਂਦੇ ਨੇ। समय समय पर फल लाते हैं। ਹਰ ਰੁੱਤ ਦੇ ਵਿੱਚੋਂ ਫਲ ਲੈ ਕੇ ਆਉਂਦੇ ਨੇ। यदि फल नहीं है तो क्या प्रॉब्लम है? ਜੇਕਰ ਉਹਦੇ ਵਿੱਚ ਫਲ ਉਹਨੂੰ ਨਹੀਂ ਮਿਲਦਾ ਤਾਂ ਕੀ ਮਤਲਬ ਹੈ? ਇਹਦਾ ਕੀ ਸਮੱਸਿਆ ਕੀ ਹੈ? पानी की कमी है, ਪਾਣੀ ਦੀ ਘਾਟ ਹੈ, समर्पण की कमी है, ਅਰਪਣ ਦੀ ਕਮੀ ਹੈ, मिट्टी में प्रॉब्लम, ਮਿੱਟੀ ਦੇ ਵਿੱਚ ਕੋਈ ਸਮੱਸਿਆ, बीज में प्रॉब्लम, ਬੀਜ 'ਚ ਕੋਈ ਸਮੱਸਿਆ ਹੈ फर्टिलाइजर नहीं मिल रहे, ਅਤੇ ਉਹਨੂੰ ਜਿੰਨਾ ਪੋਸ਼ਣ ਨਹੀਂ ਮਿਲ ਰਿਹਾ, खाद नहीं मिल रहे। ਉਹਨੂੰ ਖਾਦ ਨਹੀਂ ਮਿਲ ਰਹੀ। इस समस्या के कारण फल नहीं हो रहे। ਇਸੇ ਮੁਸ਼ਕਿਲਾਂ ਦੇ ਕਰਕੇ ਉਹਦੇ 'ਚ ਫਲ ਨਹੀਂ ਆ ਰਿਹਾ। बहती नदी पवित्र आत्मा को दिखा रहे हैं। ਅਤੇ ਵਹਿੰਦੀ ਨਦੀ ਇੱਕ ਪਾਕ ਰੂਹ ਨੂੰ ਦਿਖਾਉਂਦੀ ਹੈ। यूहन्ना की सुसमाचार ਯੋਹੰਨਾ ਦੀ ਇੰਜੀਲ 7 अध्याय 7ਵਾਂ ਅਧਿਆਇ वहां पे यीशु कहते हैं ਉੱਥੇ ਯੀਸ਼ੂ ਇਦਾਂ ਆਖਦਾ ਹੈ जो मुझ पर विश्वास करते हैं ਜਿਹੜਾ ਮੇਰੇ ਤੇ ਭਰੋਸਾ ਕਰਦਾ ਏ उसके अंदर से जीवन की नदी निकलेगा। ਉਹਦੇ ਅੰਦਰੋਂ ਜ਼ਿੰਦਗੀ ਦੀਆਂ ਨਦੀਆਂ ਵਹਿ ਨਿਕਲਣਗੀਆਂ। ये नदी जहां पे जाते ਇਹ हैं ਨਦੀ ਜਿੱਥੇ ਕਿਤੇ ਜਾਂਦੀ ਹੈ वहीं सूखी भूमि हरियाली हो जाते हैं। ਅਤੇ ਉੱਥੇ ਬੰਜਰ ਜ਼ਮੀਨ ਵੀ ਹਰਿਆਲੀ ਹੋ ਜਾਂਦੀ ਹੈ। हरियाली हो जाते हैं, ਹਰਿਆਲੀ ਫੈਲਦੀ ਹੈ सूखी जमीन हरियाली हो जाते ਅਤੇ हैं। ਬੰਜਰ ਜ਼ਮੀਨ ਦੇ ਵਿੱਚ ਵੀ ਹਰਿਆਲੀ ਹੁੰਦੀ ਹੈ। हरी सूखी भूमि पर प्रतीक्षा नहीं है। ਅਤੇ ਬੰਜਰ ਜ਼ਮੀਨ ਦੇ ਉੱਤੇ ਕੋਈ ਵੀ ਆਸ ਨਹੀਂ ਹੁੰਦੀ। जब पानी चले जाते ਜਦੋਂ हैं, ਪਾਣੀ ਚਲਾ ਜਾਂਦਾ ਹੈ, जब नदी जाते ਜਦੋਂ हैं, ਨਦੀ ਵਹਿੰਦੀ ਹੈ किसान को उम्मीद है ਅਤੇ ਫਿਰ ਜਿਹੜਾ ਮਾਲੀ ਹੁੰਦਾ ਕਿਸਾਨ ਹੁੰਦਾ ਉਹਨੂੰ अब ਅੰਦਰ ਇੱਕ ਆਸ हरियाली हो ਹੈ जाएंगे, ਹੁਣ ਇਹ ਹਰੇ ਭਰੇ ਹੋ ਜਾਏਗੀ, अब फल लाएंगे, ਹੁਣ ਫਲ ਆਏਗਾ, बहुत सारी फल लाएंगे। ਬਹੁਤ ਸਾਰਾ ਹੁਣ ਫਲ ਆਵੇਗਾ। वचन कहते हैं ਬਾਣੀ 'ਚ ਲਿਖਿਆ ਹੈ इस नदी
जहां पे जाते हैं ਅਤੇ ਇਹ ਨਦੀ ਜਿੱਥੇ ਕਿਤੇ ਵੀ ਜਾਂਦੀ ਹੈ पवित्र आत्मा के विषय में यीशु ने कहा ਪਾਖਰੂ ਦੇ ਬਾਰੇ ਯੀਸ਼ੂ ਨੇ ਦੱਸਿਆ ये नदी जहां पे भी जाते ਇਹ हैं ਨਦੀ ਜਿੱਥੇ ਕਿਤੇ ਜਾਂਦੀ ਹੈ वही हरियाली हो जाते ਉੱਥੇ हैं ਹਰਿਆਲੀ ਹੋ ਜਾਂਦੀ ਹੈ ये नदी जहां पे भी ਇਹ है ਨਦੀ ਜਿੱਥੇ ਕਿਤੇ ਵੀ ਹੈ उस नदी में नदी के पास जो वृक्ष है उस वृक्ष की पत्ते औषधि होते हैं ਅਤੇ ਜਿਹੜਾ ਬੂਟਾ ਉਸ ਨਦੀ ਦੇ ਕਿਨਾਰੇ ਦੇ ਉੱਤੇ ਹੁੰਦਾ ਉਹਦੇ ਜਿਹੜੇ ਪੱਤੇ ਤੱਕ ਹੁੰਦੇ ਆ ਉਹ ਵੀ ਔਸ਼ਧੀ ਦੇ ਰੂਪ ਚ ਕੰਮ ਕਰਦੇ ਆ और इस नदी जहां पे भी जाते हैं और अंडे देने वाले मछली पैदा हो जाते ਅਤੇ हैं ਇਹ ਜਿੱਥੇ ਕਿਤੇ ਵੀ ਇਹ ਨਦੀ ਜਾਂਦੀ ਆ ਉਸ ਥਾਂ ਦੇ ਵਿੱਚ ਜਲ ਜੰਤੂ ਜ਼ਰੂਰ ਪੈਦਾ ਹੁੰਦੇ ਨੇ इस नदी जहां पे भी है वहां प्रोस्पेरिटी है ਅਤੇ ਜਿੱਥੇ ਕਿਤੇ ਵੀ ਇਹ ਨਦੀ ਜਾਂਦੀ ਹੈ ਉੱਥੇ ਜੋ ਵਾਧਾ ਹੁੰਦਾਗਾ आजकल यदि हम इस नदी के बिना जीवन बिताते हैं तो हमारे जीवन में प्रोस्पेरिटी नहीं होगा ਅਤੇ ਅੱਜ ਤੱਕ ਜੇਕਰ ਅੱਜ ਕੱਲ ਅਸੀਂ ਇਸ ਨਦੀ ਤੋਂ ਬਿਨਾਂ ਆਪਦੀ ਜ਼ਿੰਦਗੀ ਨੂੰ ਗੁਜ਼ਾਰ ਰਹੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਾਧਾ ਜੋ ਨਫਾ ਨਹੀਂ ਹੋਏਗਾ यदि हम केवल एक मसीही नाम चाहते हैं मसीह की स्वभाव नहीं चाहते हैं तो मसीह की ब्लेसिंग हम नहीं ਅਤੇ पाएंगे ਜੇਕਰ ਅਸੀਂ ਸਿਰਫ ਨਾਮ ਮਸੀਹ ਦਾ ਦੇ ਨਾਲ ਚਾਹੁੰਦੇ ਆਂਗੇ ਪਰ ਮਸੀਹ ਦਾ ਸੁਭਾਅ ਦੀ ਜ਼ਿੰਦਗੀ 'ਚ ਨਹੀਂ ਚਾਹੁੰਦੇ ਤਾਂ ਮਸੀਹੀ ਬਰਕਤਾਂ ਕਦੇ ਆਪਦੀ ਜ਼ਿੰਦਗੀ 'ਚ ਅਨੁਭਵ ਨਹੀਂ ਕਰ ਸਕਦੇ और हमारी जीवन जैसे भी है वैसे फल को प्राप्त करते रहेंगे ਸਾਡੀ ਜ਼ਿੰਦਗੀ ਜਿੱਦਾਂ ਦੀ ਹੈ ਉਸੇ ਤਰੀਕੇ ਦੇ ਫਲ ਅਸੀਂ ਆਪਦੀ ਜ਼ਿੰਦਗੀ ਦੇ ਵਿੱਚ ਲੈਂਦੇ ਰਵਾਂਗੇ वचन कहते हैं ਪਾਣੀ 'ਚ ਲਿਖਿਆ ਹੈ जो बोएंगे ਜੋ ਬੀਜਾਂਗੇ वही काटेंगे ਉਹ ਵੱਢਾਂਗੇ जो बोएंगे ਜੋ ਬੀਜਾਂਗੇ वही ਉਹ काटेंगे ਵੱਢਾਂਗੇ कोई आत्मा में बोते हैं आत्मा के द्वारा आनंद जीवन की काटनी ਤੇ काटेगा ਜਿਹੜੇ ਰੂਹ ਦੇ ਵਿੱਚ ਬੋਂਦੇ ਨੇ ਉਹ ਰੂਹ ਦੇ ਦੁਆਰਾ ਸਦੀਪਕ ਜੀਵਨ ਦੀ ਵਾਢੀ ਵੱਢਣਗੇ कोई शरीर में बोएंगे ਜਿਹੜੇ ਦੇਹ ਦੇ ਵਿੱਚ ਬੋਣਗੇ शरीर के द्वारा विनाश की कटनी ਤੇ खटेगा ਦੇਹ ਦੇ ਦੁਆਰਾ ਉਹ ਵਿਨਾਸ਼ ਦੀ ਘਟਨਾ ਵਾਢੀ तो ਵੱਢਣਗੇ आत्मा में बोना प्रभु में बोना विश्वास में बोना पवित्र जीवन में बोना जरूरी है ਅਤੇ ਇਸੇ ਕਰਕੇ ਵਿਸ਼ਵਾਸ ਦੇ ਵਿੱਚ ਬੀਜਣਾ ਅਤੇ ਆਤਮਾ ਦੇ ਵਿੱਚ ਬੀਜਣਾ ਪਾਕ ਜ਼ਿੰਦਗੀ ਦੇ ਵਿੱਚ ਬੀਜਣਾ ਮਸੀਹ ਜ਼ਿੰਦਗੀ ਦੇ ਵਿੱਚ ਸੁਭਾਅ ਦੇ ਵਿੱਚ ਬੀਜਣਾ ਬਹੁਤ ਜ਼ਰੂਰੀ ਹੈ इस सीजन कणक का सीजन है ਅਤੇ ਇਹ ਰੁੱਤ ਹੈ ਜਿਹੜੀ ਇਹ ਕਣਕ ਦੀ ਰੁੱਤ ਹੈ कणक का बीज बोएंगे ਹੁਣ ਕਣਕ ਦੀ ਬਿਜਾਈ ਹੋ ਰਹੀ ਹੈ जब फसल कट होंगे ਜਦੋਂ ਵਾਢੀ ਦਾ ਵੇਲਾ ਆਊਗਾ सरसों नहीं होगा ਫਿਰ ਉੱਤੇ ਸਰੋਂ ਨਹੀਂ ਨਿਕਲੂਗੀ चावल नहीं होगा ਚੌਲ ਨਹੀਂ ਨਿਕਲਣਗੇ अंगूर नहीं होगा ਅੰਗੂਰ ਨਹੀਂ ਹੋਣਗੇ बादाम नहीं होगा ਬਦਾਮ ਨਹੀਂ ਹੋਣੇ हमें गेहूं ही काटेंगे ਕਣਕ ਹੀ ਵੱਢੀ जो ਜਾਊਗੀ बोएंगे वही ਜੋ काटेंगे ਬੀਜਾਂਗੇ ਉਹ ਵੱਢਾਂਗੇ यदि हम आत्मा में बोएंगे ਜੇ ਅਸੀਂ ਰੂਹਦਾਰੀ ਚ ਬੀਨੇ ਆ आत्मा के द्वारा ਔਰ ਰੂਹ ਦੇ ਦੁਆਰਾ आनंद जीवन की काटनी काटेंगे सदीपक जिंदगी दी जो वाटी वड्डांगे आज परमेश्वर की आत्मा अगुवाई दे रहे आप आत्मा में बोने वाले हो ਅਤੇ ਅੱਜ ਪਰਮੇਸ਼ਰ ਦਾ ਰੂਹ ਤੁਹਾਨੂੰ ਕਹਿੰਦਾ ਕਿ ਤੁਸੀਂ ਰੂਹ ਦੇ ਵਿੱਚ ਬੀਜਣ ਵਾਲੇ ਹੋਵੋ संसार के लोग शरीर में बोएंगे ਦੁਨੀਆਦਾਰੀ ਦੇ ਲੋਕ ਬੀਜ ਬੋਜਣਗੇ ਉਹ ਦੇਹ ਦੇ ਦੁਆਰਾ संसार के लोग मसीह में से बाहर जाके बोएंगे ਦੁਨੀਆਦਾਰੀ ਦੇ ਲੋਕ ਮਸੀਹ ਦੇ ਵਿੱਚੋਂ ਬਾਹਰ ਜਾ ਕੇ ਦੇਹਿਕ ਬੀਜਣਗੇ लेकिन खुदा के लोग मसीह में बोएंगे ਪ੍ਰਭੂ ਦੇ ਲੋਕ ਦੇਹ ਦੇ ਵਿੱਚ ਨਹੀਂ ਪਰ ਮਸੀਹ ਦੇ ਵਿੱਚ ਬੀਣਗੇ खुदा की लोग आत्मा में बोएंगे ਪ੍ਰਭੂ ਦੇ ਲੋਕ ਜੋ ਰੂਹ ਦੇ ਵਿੱਚ ਬੀਜਣਗੇ खुदा की लोग मसीह में स्थिर रहेंगे ਮਸੀਹ ਦੇ ਵਿੱਚ ਪ੍ਰਭੂ ਦੇ ਲੋਕ ਬਣੇ ਰਹਿਣਗੇ चाहे कुछ भी समस्या ਕੋਈ ਵੀ आए ਸਮੱਸਿਆ ਆਵੇ मसीह में रहेंगे ਮਸੀਹ ਚ ਰਹਿਣਗੇ मसीह की जीवन में ਮਸੀਹ रहेंगे ਜ਼ਿੰਦਗੀ ਚ ਰਹਿਣਗੇ Paul says that ਪੌਲਸ ਇਹ ਦਾਖਦਾ ਹੈ who can separate me from the love of Jesus ਮੈਨੂੰ ਮਸੀਹ ਯੀਸ਼ੂ ਦੇ ਪਿਆਰ ਤੋਂ ਕੌਣ ਅੱਡ ਕਰ ਸਕਦਾ ਹੈ कोई भी परिस्थिति यीशु की प्रेम से अलग नहीं ਕੋਈ करेगा ਵੀ ਹਾਲਾਤ ਮੈਨੂੰ ਮਸੀਹ ਦੇ ਪਿਆਰ ਤੋਂ ਅੱਡ ਨਹੀਂ ਕਰ आपके ਸਕਦੇ जीवन में कोई भी समस्या आ सकते हैं ਤੁਹਾਡੀ ਜ਼ਿੰਦਗੀ 'ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆ ਸਕਦੀ ਹੈ बीमारी आ सकते हैं ਰੋਗ ਆ ਸਕਦੇ कष्ट आ सकते ਦੁੱਖ ਆ हैं ਸਕਦੇ बेड में पड़ सकते ਬੈੱਡ हैं ਤੇ ਹੋ ਸਕਦੇ ਹੋ मौत आ सकते ਮਰ हैं ਵੀ ਸਕਦੇ ਹੋ कुछ भी ਕੁਝ आएंगे ਵੀ ਹੋ ਸਕਦਾ ਹੈ गरीबी भी आ सकते गरीबी हैं आएगी। कुछ भी आ ਕੁਝ सकते ਵੀ ਹੋ हैं ਸਕਦਾ ਹੈ कर्जा भी चढ़ सकते ਕਰਜ਼ਾ ਵੀ हैं ਚੜ ਸਕਦਾ ਹੈ कुछ भी आ ਕੁਝ सकते ਵੀ ਆ हैं ਸਕਦਾ ਹੈ लेकिन पोल क्या कहते ਪਰ हैं ਪੌਲਸ ਇਦਾਂ ਕੀ ਆਖਦਾ ਹੈ कौन ਕੌਣ कौन ਕੌਣ नाम बताओ कौन ਕਿਹੜਾ ਬੰਦਾ ਮੈਨੂੰ ਨਾਂ ਦੱਸੋ कौन मुझे मसीह से दूर करेगा ਕੌਣ ਮੈਨੂੰ ਮਸੀਹ ਦੇ ਪਿਆਰ ਤੋਂ ਅੱਡ ਕਰੇਗਾ ना गरीबी ਨਾ ਗਰੀਬੀ ना नंगाई ਨਾ ਨੰਗਾਈ ना तलवार ना तलवार, ना उपद्रव ना कोई जोखिम, ना कष्ट ना दुख, किसी भी वस्तु ਕਿਸੇ ਵੀ ਤਰ੍ਹਾਂ ਦੀ ਕੋਈ ਵੀ किसी ਚੀਜ਼ भी चीज ਕੋਈ ਵੀ ਚੀਜ਼ किसी भी स्वभाव ਕੋਈ ਵੀ ਸੁਭਾਅ यीशु मसीह से ਯੀਸ਼ੂ ਮਸੀਹ ਤੋਂ मुझे अलग नहीं कर ਮੈਨੂੰ सकता ਅੱਡ ਵੱਖਰਾ ਨਹੀਂ ਕਰ ਸਕਦੀ हालेलुया मसीह यीशु में रहने वालों को जीवन की पहचान है ਮਸੀਹ ਯੀਸ਼ੂ ਦੇ ਵਿੱਚ ਰਹਿਣ ਵਾਲੇ ਦੀ ਜ਼ਿੰਦਗੀ ਦੀ ਪਛਾਣ ਇਹ ਹੈ चाहे कम खाएं ਭਾਵੇਂ ਘੱਟ ਖਾਣ चाहे छोटे घर पे रहे ਭਾਵੇਂ ਨਿੱਕੇ ਘਰ 'ਚ ਰਹੀਏ मसीह में रहेंगे ਮਸੀਹ 'ਚ ਰਹਿਣਗੇ बहुत सारी चीज इकट्ठे करने की दौड़ में
विश्वास ना टूटे। ਬਹੁਤ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਨ ਦੀ ਸਹੂਲਤਾਂ ਇਕੱਠੀਆਂ ਕਰਨ ਦੇ ਚੱਕਰ ਦੇ ਵਿੱਚ ਆਪਦਾ ਵਿਸ਼ਵਾਸ ਨਾ ਤੋੜੀਏ। बहुत सारी चीज को काबू करने में भाग रही है, दौड़ रहे हैं, मसीह को हम पीछे ना रखें। ਅਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਪਾਉਣ ਦੇ ਲਈ ਭੱਜ ਦੌੜ ਕਰ ਰਹੇ ਹਾਂ ਪਰ ਮਸੀਹ ਪਿੱਛੇ ਨਾ ਰਵੇ। मसीह को आपकी जीवन में हमेशा आगे रखे चलना है। ਮਸੀਹ ਨੂੰ ਆਪਣੀ ਜ਼ਿੰਦਗੀ 'ਚ ਸਦਾ ਅੱਗੇ ਬਿਠਾ ਕੇ ਰੱਖੋ। मसीह यीशु को आपको आगे रखे चलना है। ਮਸੀਹ ਯੀਸ਼ੂ ਨੂੰ ਅੱਗੇ ਰੱਖ ਕੇ ਚੱਲਣਾ ਹੈ। हमारी स्टेटस आज कैसे हैं? ਅਤੇ ਸਾਡਾ ਸਟੇਟਸ ਅੱਜ ਕੀ ਹੈ? क्या फल है कि नहीं? ਕੀ ਅੱਜ ਫਲ ਹੈ ਕਿ ਨਹੀਂ? मसीह में है कि नहीं? ਮਸੀਹ ਦੇ ਵਿੱਚ ਹਾਂ ਕਿ ਨਹੀਂ? मसीह के स्वभाव में है कि ਮਸੀਹ ਦੇ नहीं? ਸੁਭਾਅ 'ਚ ਹਾਂ ਕਿ ਨਹੀਂ? कल कैसे भी हो, ਕੱਲ ਕਿਵੇਂ ਦਾ ਵੀ ਹੋਵੇ। 3 साल लगातार फल ढूंढते रहे। 3 ਵਰੇ ਤੋਂ ਉਹ ਲਗਾਤਾਰ ਫਲ ਭਾਲ ਰਿਹਾ ਸੀ। स्वामी ने सोचा चलो 6 महीना हो गया, वृक्ष फल आएंगे। ਮਾਲਕ ਇਹ ਸੋਚ ਰਿਹਾ ਚਲੋ 6 ਮਹੀਨੇ ਦਾ ਅਜੇ ਬੂਟਾ का कोई ना फल ਤਾਂ ਲੈ ਕੇ ਆਊਗਾ। 1 साल ढूंढा है, 1 ਵਰੇ ਤੱਕ ਲੱਭਿਆ नहीं मिला। ਨਹੀਂ ਮਿਲਿਆ। 2 साल ढूंढा है, 2 ਵਰੇ ਵੀ ਪਾਲਿਆ नहीं मिला है। नहीं मिला। 100% दूसरा साल में बहुत फल आना चाहिए। ਅਤੇ ਦੂਜੇ ਸਾਲ ਦੇ ਵਿੱਚ ਘੱਟੋ ਘੱਟ ਫਲ ਤਾਂ ਆਣਾ ਚਾਹੀਦਾ ਹੈ। तीसरा साल आगे ਹੁਣ ਤੀਜਾ ਵਰਾ ਚੱਲ ਪਿਆ, बहुत फल आना चाहिए, ਉਹਦੇ ਵਿੱਚ ਤਾਂ ਬਥੇਰਾ ਫਲ ਆਉਣਾ ਚਾਹੀਦਾ ਹੈ लेकिन फल नहीं ढूंढा ਪਰ है। ਹੁਣ ਵੀ ਫਲ ਨਹੀਂ ਮਿਲਿਆ। फल नहीं मिला पर है, फल नहीं पाया, कोई भी फल नहीं मिला कोई भी है। एक भी फल नहीं है। स्वामी अपना दास से कहते हैं ਮਾਲਕ ਆਪਦੇ ਬਾਲੀ ਨੂੰ ਇਹ ਆਖਦਾ आप ਹੈ इसको काट दो, ਹੁਣ ਇਹਨੂੰ ਵੜ ਦੇ, आग में सुट दो। ਅੱਗ 'ਚ ਪਾ ਦਾਂਗੇ। 3 साल हो गए, 3 ਵਰੇ ਬੀਤ ਗਏ, लगातार मैं फल ढूंढ रहा हूं, ਲਗਾਤਾਰ ਮੈਂ ਇਹਦੇ 'ਚ ਫਲ ਭਾਲ ਰਿਹਾ, लगातार फल ढूंढ रहा हूं, ਲਗਾਤਾਰ ਫਲ ਭਾਲ ਰਿਹਾ, कोई भी फल नहीं है। ਕੋਈ ਫਲ ਇਹ 'ਚ ਨਹੀਂ ਹੈ। लेकिन माली कहते हैं ਪਰ ਮਾਲੀ ਇਹ ਆਖਦਾ ਹੈ स्वामी हे ਮਾਲਕ 1 साल और वेट करो, ਇੱਕ ਵਰਾ ਹੋਰ ਮੈਨੂੰ ਦਿਓ, 1 साल और इंतजार करो, ਇੱਕ ਵਰੇ ਹੋਰ ਉਡੀਕੋ, मैं इसकी गुडाई करूंगा, ਮੈਂ ਇਹਨੂੰ ਗੁਡਾਈ ਕਰਾਂਗਾ, मैं इसमें खाद डालूंगा, ਮੈਂ ਇਹਨੂੰ ਖਾਦ ਪਾਵਾਂਗਾ मैं इसमें फर्टिलाइजर डालूंगा, ਤੇ मैं ਇਹਨੂੰ ਪੂਰਾ ਪੋਸ਼ਣ ਦੇਵਾਂਗਾ, मैं इसमें पानी पाऊंगा। मैं ਚ ਪਾਣੀ ਪਾਵਾਂਗਾ। यदि फल नहीं आए, ਜੇ ਫਿਰ ਵੀ ਫਲ ਨਾ ਆਇਆ, यदि फल नहीं आए, ਮੈਨੂੰ ਤਾਂ ਕੋਈ ਫਲ ਨਾ इसको ਨਿਕਲਿਆ, काट के हम आग में सुट ਇਹਨੂੰ देंगे। ਵੱਢਾਂਗੇ ਤੇ ਅੱਗ ਸੁੱਟਾਂਗੇ। कितनी साल हो गए यीशु आपसे फल ढूंढ रहे ਕਿੰਨੇ हैं, ਵਰੇ ਬੀਤ ਗਏ ਯीशु ਤੁਹਾਡੇ ਅੰਦਰ ਫਲ ਲਾਉਂਦਾ कितने ਹੈ। साल हो गए हमने तौबा किया ਕਿੰਨੇ है, ਵਰੇ ਬੀਤ ਗਏ ਅਸੀਂ ਤੌਬਾ ਕੀਤੀ ਹੈ। कितने साल हो गए मसीह में आए, ਕਿੰਨੇ ਵਰੇ ਹੋ ਗਏ ਮਸੀਹ ਚ ਆਇਆ ਨੂੰ, कितने साल हो गए यीशु मसीह में आए, ਕਿੰਨੇ ਵਰੇ ਹੋ ਗਏ ਮਸੀਹ ਯीशु ਚ ਆਇਆ ਨੂੰ, कितने साल हो गए हम आत्मा में रहते हैं, ਕਿੰਨੇ ਵਰੇ ਹੋ ਗਏ ਰੂਹ ਦੇ ਵਿੱਚ ਰਹਿੰਦੇ ਨੂੰ, कितने साल हो गए सभा में, ਕਿੰਨੇ ਵਰੇ ਹੋ ਗਏ ਸੰਗਤੀ ਚ, कितने साल हो गए चर्च में आ रहे ਕਿੰਨੇ हैं, ਵਰੇ ਤੋਂ ਚਰਚ ਚ ਆ ਰਹੇ ਆ। फल क्यों नहीं है, फल क्यों नहीं है, फल क्यों नहीं फल है, क्यों नहीं है, फल क्यों नहीं फल है? क्यों नहीं है। यीशु आपसे फल ढूंढ रहे हैं, यीशु ਤੁਹਾਡੇ ਤੋਂ ਫਲ ਭਾਲਦਾ ਹੈ, यीशु आपसे फल ढूंढ रहे यीशु हैं। ਤੁਹਾਡੇ ਅੰਦਰੋਂ ਫਲ ਲੱਭਦਾ ਹੈ। यदि मसीह में फल नहीं है, ਜੇ ਸਾਡੇ ਅੰਦਰ ਹੋ ਕੇ ਮਸੀਹ ਚ ਫਲ ਨਹੀਂ यदि ਹੈ, आत्मा का फल हमारे ਜੇ जीवन में ਰੂਹ ਦੇ नहीं ਫਲ है, ਸਾਡੀ ਜ਼ਿੰਦਗੀ ਚ ਨਹੀਂ ਹੈ, आत्मा की फल में ਰੂਹ ਦੇ ਫਲਾਂ ਚ गलातियों को पत्री 5 अध्याय में लिखा है ਗਲਾਤੀਆਂ ਦੇ ਖਾਤੇ ਦਾ 5 ਅਧਿਆਇ 22 ਵਚਨ ਚ ਲਿਖਿਆ आत्मा ਹੈ, का फल और शरीर की फल ਔਰ है। ਰੂਹ ਦੇ ਫਲ ਤੇ ਦੇਹ ਦੇ ਫਲ। आत्मा की फल में सबसे पगले की फल प्रेम है, ਅਤੇ ਰੂਹ ਦੇ ਫਲਾਂ ਦੇ ਵਿੱਚੋਂ ਸਭ ਤੋਂ ਪਹਿਲਾ ਫਲ ਪਿਆਰ ਹੈ। प्यार है। ਪਿਆਰ ਹੈ। कितने लोगों के अंदर पगला फल है? ਕਿੰਨੇ ਜਣੇ ਦੇ ਅੰਦਰ ਇਹ ਪਹਿਲਾ ਫਲ ਹੈ? एक भी हाथ नहीं उठाए, देखो ਇੱਕ ਨੇ ਵੀ ਹੱਥ ਨਹੀਂ ਚੱਕਿਆ। बाइबल कहते हैं ਬਾਣੀ ਚ ਲਿਖਿਆ ਹੈ अपने समान ਆਪਣੇ ਵਾਂਗੂ दूसरे को हम प्रेम करें। ਦੂਜਿਆਂ ਨੂੰ ਵੀ ਅਸੀਂ ਪਿਆਰ ਕਰੀਏ। और यीशु लास्ट सपर में आखिरी भोजन में शिष्यों को बताए मैं तुम्हें एक नया नियम बता रहे हैं। ਅਤੇ ਯੀਸ਼ੂ ਮਸੀਹ ਨੇ ਜਦੋਂ ਅਖੀਰੀ ਭੋਜਨ ਆਪਦੇ ਚੇਲਿਆਂ ਦੇ ਨਾਲ ਕੀਤਾ ਤਾਂ ਉਦੋਂ ਯੀਸ਼ੂ ਨੇ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਇੱਕ ਨਵੀਂ ਆਗਿਆ ਦਿੰਦਾ ਹਾਂ, तुम आपस में प्रेम करो। ਤੁਸੀਂ ਆਪਸੀ ਪਿਆਰ ਚ ਰਹੋ। हमारे जैसे लोग उस समय भी थे, ਸਾਡੇ ਵਰਗੇ ਉਦੋਂ ਵੀ ਸੀਗੇ, एक दूसरे की गलती निकालते, ਇੱਕ ਦੂਜੇ ਦੀਆਂ ਗਲਤੀਆਂ ਕੱਢਦੇ, एक दूसरे को पत्थर मारते, ਇੱਕ ਦੂਜੇ ਦੇ ਡਲੇ एक ਮਾਰਨ ਵਾਲੇ, दूसरे के खिलाफ बोलते ਇੱਕ हैं, ਦੂਜੇ ਦੇ ਵਿਰੁੱਧ ਬੋਲਣ एक ਵਾਲੇ, दूसरे के खिलाफ बातें करते। ਇੱਕ ਦੂਜੇ ਦੇ ਵਿਰੁੱਧ ਗੱਲਾਂ ਕਰਨ ਵਾਲੇ। इस बात को जानकर यीशु ने कहा तुम आपस में प्रेम करोगे, लोग जानोगे तुम मेरे चेले हैं। ਅਤੇ ਇਦਾਂ ਦੀਆਂ ਗੱਲਾਂ ਨੂੰ ਦੇਖਦੇ ਹੋਏ ਯੀਸ਼ੂ ਮਸੀਹ ਨੇ ਕਿਹਾ ਕਿ ਜੋ ਤੁਸੀਂ ਆਪਸੀ ਭਾਈਚਾਰੇ ਦੇ ਵਿੱਚ ਆਪਸੀ ਪਿਆਰ ਦੇ ਵਿੱਚ ਬਣੇ ਰਹੋਗੇ ਤਾਂ ਲੋਕ ਇਹ ਪਛਾਣ ਲੈਣਗੇ ਹਾਂ ਤੁਸੀਂ ਮੇਰੇ ਚੇਲੇ ਹੋ। आत्मा के फल में सबसे पहला फल प्रेम है। ਅਤੇ ਰੂਹ ਦੇ ਫਲਾਂ ਵਿੱਚੋਂ ਸਭ ਤੋਂ ਪਹਿਲਾ ਫਲ ਪਿਆਰ ਹੈ। यदि हमें फल नहीं तो, ਜੇ ਅੰਦਰ ਸਾਡੇ ਫਲ ਨਹੀਂ ਆ ਤਾਂ
यदि हमें प्रेम नहीं तो, ਜੇ ਸਾਡੇ ਅੰਦਰ ਕਿਸੇ ਲਈ ਪਿਆਰ ਨਹੀਂ ਆਂਦਾ, यदि हमें प्रेम नहीं, हम बहुत विश्वासी है, ਜੇ ਸਾਡੇ ਅੰਦਰ ਪਿਆਰ ਨਹੀਂ ਹੈ ਤਾਂ ਬੜੇ ਅਸੀਂ ਵਿਸ਼ਵਾਸੀ ਹਾਂ। हम ऐसी अन्य भाषा बोलते हैं किसी को समझ भी नहीं ਅਸੀਂ आते हैं। ਐਦਾਂ ਦੀ ਗੈਰ ਜ਼ਬਾਨ ਬੋਲਦੇ ਕਿਸੇ ਦੇ ਪੱਲੇ ਨਹੀਂ ਪੈਂਦੀ। हम ऐसे भविष्यवाणी बोलते हैं और ऐसे चिन्ह चमत्कार करते, ਅਸੀਂ ਐਦਾਂ ਦੀ ਨਬੂਵਤ ਕਰਦੇ ਹਾਂ, ਐਦਾਂ ਦੇ ਚਿੰਨ ਚਮਤਕਾਰ ਕਰਦੇ ਹਾਂ, तो फल भी चाहिए। ਫਲ ਵੀ ਉਹਦੇ ਲਈ ਚਾਹੀਦੇ ਨੇ। बाइबल कहते हैं यदि प्रेम नहीं है तो ਬਾਣੀ 'ਚ ਲਿਖਿਆ ਜੇਕਰ ਪਿਆਰ ਸਾਡੇ ਅੰਦਰ ਨਹੀਂ ਹੈ ਤਾਂ झनझनाता हुआ झांझ है। ਛਣਛਣਾਂਦੀ ਹੋਈ ਝਾਂਜ ਦਾ। बाइबल कहते हैं प्रेम नहीं है तो कुछ भी नहीं, ਬਾਣੀ 'ਚ ਲਿਖਿਆ ਜੇ ਪਿਆਰ ਨਹੀਂ ਹੈ ਸਾਡੇ ਅੰਦਰ ਤਾਂ ਕੁਝ ਵੀ ਬੱਲੇ ਨਹੀਂ ਹੈ, जीरो है। ਜ਼ੀਰੋ ਆ। हमारे पास जो बैठे हैं कौन है, जांचना परखना समझना जरूरी है। ਅਤੇ ਸਾਡੇ ਜਿਹੜੇ ਕੋਲ ਬੈਠੇ ਨੇ ਕੌਣ ਨੇ, ਇਹਨਾਂ ਨੂੰ ਜਾਣਨਾ ਪਰਖਣਾ ਸਮਝਣਾ ਜ਼ਰੂਰੀ ਹੈ। और हमारे शरीर के एक भाग है, ਸਾਡੀ ਦੇਹ ਦਾ ਇੱਕ ਹਿੱਸਾ ਹੈ। यीशु की शरीर में हम अलग अलग अंग के हैं। ਯीशु ਮਸੀਹ ਦੀ ਦੇਹ ਦੇ ਵਿੱਚ ਵੱਖਰੇ ਵੱਖਰੇ ਅੰਗ ਸੀ। जब यीशु की स्वभाव हमारे जीवन में है, जब हम यीशु मसीह की स्वभाव में रहते हुए यीशु मसीह में फल प्रकट होता है। ਅਤੇ ਜਦੋਂ ਮਸੀਹ ਯੀਸ਼ੂ ਦਾ ਸੁਭਾਅ ਸਾਡੀ ਜ਼ਿੰਦਗੀ ਦੇ ਵਿੱਚ ਹੈ ਤੇ ਅਸੀਂ ਮਸੀਹ ਯੀਸ਼ੂ ਦੇ ਵਿੱਚ ਰਹਿੰਦੇ ਆ ਤਾਂ ਸਾਡੀ ਦੇਹ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਮਸੀਹ ਦੇ ਸੁਭਾਅ ਦਿਖਦੇ ਨੇ। यदि मसीह में रहकर, ਜੇ ਅਸੀਂ ਮਸੀਹ 'ਚ ਰਹਿ ਕੇ यदि मसीह की स्वभाव हमारे जीवन में नहीं है, ਤੇ ਮਸੀਹ ਦਾ ਸੁਭਾਅ ਹੀ ਸਾਡੀ ਜ਼ਿੰਦਗੀ 'ਚ ਹੈ ਨਹੀਂ, मसीह हमसे दुखी होते हैं, ਤਾਂ ਮਸੀਹ ਸਾਡੇ ਤੋਂ ਦੁਖੀ ਹੋ ਜਾਂਦਾ ਹੈ। आत्मा हमसे दुखी होते हैं। रूह ਸਾਡੇ ਤੋਂ ਦੁਖੀ ਹੁੰਦਾ ਹੈ। कौन सी बातें हमसे हमारे जीवन में ठोकर खिलाते हैं, उस बात को खत्म करना होगा। ਕਿਹੜੀਆਂ ਗੱਲਾਂ ਨੇ ਸਾਡੀ ਜ਼ਿੰਦਗੀ 'ਚ ਤੁਹਾਨੂੰ ਥੱਲੇ ਸੁੱਟਦੀਆਂ ਨੇ, ਉਹਨਾਂ ਨੂੰ ਖਤਮ ਕਰਨਾ ਪਏਗਾ। बाइबल कहते हैं ਬਾਣੀ 'ਚ ਲਿਖਿਆ ਹੈ यदि हमारी आंखें हमें ठोकर देते हैं, उस आंख निकाल के फेंक दे, ताकि अंधे होकर स्वर्ग जाना अच्छे हैं दोनों आंखों के साथ नरक जाने से। ਅਤੇ ਬਾਣੀ ਦੇ ਵਿੱਚ ਲਿਖਿਆ ਹੋਏਗਾ ਜੇਕਰ ਸਾਡੀਆਂ ਅੱਖਾਂ ਸਾਨੂੰ ਗਲਤ ਤਰੀਕੇ ਦੇ ਵਿੱਚ ਲੈ ਕੇ ਜਾਂਦੀਆਂ ਨੇ ਤਾਂ ਇਦੋਂ ਚੰਗਾ ਕਿ ਉਸ ਅੱਖ ਨੂੰ ਕੱਢ ਕੇ ਸੁੱਟ ਦਿੱਤਾ ਜਾਵੇ। ਦੋਨੇ ਅੱਖਾਂ ਦੇ ਨਾਲ ਨਰਕ ਜਾਣ ਨਾਲੋਂ ਚੰਗਾ ਕਿ ਇੱਕ ਅੱਖ ਦੇ ਵਿੱਚੋਂ ਜਾਂ ਕਾਣਾ ਹੋ ਕੇ ਸਵਰਗ ਦੇ ਵਿੱਚ ਪਹੁੰਚਿਆ ਜਾਣਾ। मसीह में रहने की, मसीह में जीवन बिताने के खिलाफ कौन सी बातें, उस बात को कट ऑफ करें, खत्म करें। ਅਤੇ ਮਸੀਹ ਦੇ ਵਿੱਚ ਰਹਿਣ ਤੋਂ ਜਾਂ ਫਿਰ ਮਸੀਹ ਦੇ ਵਿੱਚੋਂ ਅੱਡ ਕਰਨ ਵਾਲੀਆਂ ਜਿਹੜੀਆਂ ਵੀ ਸਾਡੀਆਂ ਗੱਲਾਂ ਨੇ ਉਹਨਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਕੱਟ ਕਰ ਦਈਏ। यदि लगातार मसीह देखते हैं, दाग की बारी में मुझे और आपको लगाएं, प्रभु की कलीसिया में हमें लगाएं, उस पर फल नहीं है तो प्रभु की न्याय मेरे और आपकी जीवन में ना आए। ਅਤੇ ਜੇਕਰ ਲਗਾਤਾਰ ਮਸੀਹ ਦੇਖ ਰਿਹਾਗਾ ਕਾਫੀ ਸਮੇਂ ਤੋਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਫਲ ਹੋਣਾ ਚਾਹੀਦਾ ਹੈ ਤੇ ਉਹ ਫਲ ਨਹੀਂ ਹੈ ਤਾਂ ਫਿਰ ਪਰਮੇਸ਼ਰ ਦਾ ਨਿਆਂ ਸਾਡੀ ਜ਼ਿੰਦਗੀ 'ਚ ਨਹੀਂ ਆਵੇ। स्वामी अपनी सेवक से कहते हैं, स्वामी माली से कहते हैं 3 साल हो गए, आप मुझे बर्दाश्त नहीं, काट दो, आग में सुट दो। ਅਤੇ ਫਿਰ ਜਿਹੜਾ ਮਾਲਿਕ ਹੈ ਉਹ ਇਸਦਾ ਮਾਲੀ ਨੂੰ ਆਖਦਾਗਾ ਕਿ 3 ਵਰਿਆਂ ਤੋਂ ਇਹਦੇ ਵਿੱਚ ਮੈਂ ਫਲ ਪਾਲ ਰਿਹਾ, ਹੁਣ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਗਿਆ, ਹੁਣ ਮੈਂ ਸਹਿ ਨਹੀਂ ਸਕਦਾ ਇਸ ਨੂੰ ਇੱਥੇ, ਤੇ ਹੁਣ ਇਹਨੂੰ ਵੜ ਦੇ ਤੇ ਇਹਨੂੰ ਅੱਗ ਸੁੱਟ ਦੇ। लेकिन माली स्वामी से विनती कर रहे हैं, 1 साल और वेट करेंगे, ਅਤੇ ਪਰ ਜਿਹੜਾ ਮਾਲੀ ਹੈ ਉਹ ਮਾਲਕ ਅੱਗੇ ਇੱਕ ਹੋਰ ਬੇਨਤੀ ਕਰਦਾ ਹੈ 1 ਕਿ साल और इंतजार करेंगे। ਇੱਕ ਵਾਰ ਹੋਰ ਉਡੀਕਾਂਗੇ। यदि फल नहीं आए, ਫਿਰ ਵੀ ਜੇ ਫਲ ਨਹੀਂ ਆਉਂਦਾ हम इसको काट के आग में फेंक ਫਿਰ देंगे। ਉਹਨੂੰ ਕੱਟਾਂਗੇ, ਅੱਗ ਸੁੱਟ ਦਾਂਗੇ। आप प्रभु के चरणों में इसलिए कईयों की प्रार्थना के कारण है।
ਤੁਸੀਂ ਅੱਜ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਇਸ ਕਰਕੇ ਹੋ ਕਿਉਂਕਿ ਕਈ ਲੋਕਾਂ ਦੀ ਦੁਆ कई लोग आपके लिए उपवास कर रहे, प्रार्थना कर रहे, इसलिए परमेश्वर आपको सुरक्षित रखे हैं। ਕਈ ਲੋਕ ਤੁਹਾਡੇ ਵਾਸਤੇ ਵਰਤ ਰੱਖ ਰਹੇ ਨੇ, ਦੁਆ ਕਰ ਰਹੇ ਨੇ, ਇਸ ਕਰਕੇ ਪਰਮੇਸ਼ਰ ਨੇ ਤੁਹਾਨੂੰ ਬਚਾ ਕੇ ਰੱਖਿਆ ਹੋਇਆ हम ਹੈ। आत्मा में फल, प्रभु में फल लाने के लिए परमेश्वर हमसे चाहते ਅਸੀਂ हैं। ਰੂਹ ਦੇ ਵਿੱਚ ਪਰਮੇਸ਼ਰ ਦੇ ਵਿੱਚ ਫਲ ਲੈ ਕੇ ਆਈਏ, ਪਰਮੇਸ਼ਰ ਸਾਡੇ ਤੋਂ ਹੀ ਮੰਗਦਾ ਹੈ। इसलिए पवित्र आत्मा की बड़ी मस्सा और अभिषेक परमेश्वर आज हमसे चाहते ਇਸ हैं। ਕਰਕੇ ਪਰਮੇਸ਼ਰ ਸਾਡੇ ਤੋਂ ਚਾਹੁੰਦਾ ਪਾਕ ਰੂਹ ਦਾ ਵੱਡਾ ਇੱਕ ਮਸਾ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਵੇ। जब परमेश्वर की आत्मा की मस्सा और अभिषेक आपके जीवन में पाए, ਜਦੋਂ ਪਰਮੇਸ਼ਰ ਦੀ ਰੂਹ ਦਾ ਮਸਾ ਤੁਹਾਡੀ ਜ਼ਿੰਦਗੀ ਦੇ ਵਿੱਚ ਅਸੀਂ ਪਾਵਾਂਗੇ, आप मसीह में, प्रभु में और आत्मा में फल लाने वाले ਫਿਰ ਅਸੀਂ होगा। ਮਸੀਹ ਦੇ ਵਿੱਚ, ਪ੍ਰਭੂ ਦੇ ਵਿੱਚ, ਰੂਹ ਦੇ ਵਿੱਚ ਅਸੀਂ ਫਲ ਲੈ ਕੇ ਆਉਣ ਵਾਲੇ इसलिए ਹੋਵਾਂਗੇ। इस शरीर को हम खत्म करें, ਇਸ ਕਰਕੇ ਦੇਹ ਦੀਆਂ ਲਾਲਸਾਵਾਂ ਨੂੰ ਮਾਰੀਏ। इस संसार के शरीर को खत्म करें, ਅਸੀਂ ਦੇਹਿਕ ਸੰਸਾਰਿਕ ਜੋ ਦੇਹਾਂ ਨੂੰ संसार ਖਤਮ की ਕਰੀਏ, इच्छाओं को खत्म करें, ਸੰਸਾਰਿਕ ਲਾਲਸਾਵਾਂ ਨੂੰ ਮਾਰ ਸੁੱਟੀਏ, शरीर की इच्छाओं को खत्म करें ਦੇਹ ਦੀਆਂ ਲਾਲਸਾਵਾਂ ਨੂੰ ਖਤਮ ਕਰੀਏ और आत्मा की फल में बढ़ते जाए। ਅਤੇ ਰੂਹ ਦੇ ਫਲਾਂ ਦੇ ਵਿੱਚ ਵਧਦੇ ਜਾਈਏ। आत्मा की फल में बढ़े, ਰੂਹ ਦੇ ਫਲਾਂ 'ਚ ਵਧੀਏ, आत्मा की फल लाए, ਰੂਹ ਦੇ ਵਿੱਚ ਫਲ ਸਾਡੀ ਜ਼ਿੰਦਗੀ 'ਚ ਆਉਣ, आत्मा में चलने वाले हो, ਰੂਹ ਦੇ ਵਿੱਚ ਚੱਲਣ ਵਾਲੇ ਹੋਈਏ, आत्मा में आपको प्रभु इस्तेमाल करने ਰੂਹ वाले ਦੇ हो। ਵਿੱਚ ਪਰਮੇਸ਼ਰ ਤੁਹਾਨੂੰ ਵਰਤਣ ਵਾਲਾ ਹੋਵੇ। परमेश्वर चाहते हैं आपको प्रभुताई से इस्तेमाल करें, ਪਰਮੇਸ਼ਰ ਚਾਹੁੰਦਾ ਹੈ ਕਿ ਬਹੁਤ ਅੱਜ ਦੇ ਨਾਲ ਤੁਹਾਨੂੰ ਵਰਤ प्रभु ਲਵੇ। की महिमा के लिए, चर्च के लिए, खुदा के लिए, कलीसिया के लिए, परमेश्वर की महिमा के लिए प्रभु आपको इस्तेमाल करना ਤੇ चाहते ਪ੍ਰਭੂ हैं। ਦੇ ਵਾਸਤੇ, ਪਰਮੇਸ਼ਰ ਦੇ ਵਾਸਤੇ, ਪਰਮੇਸ਼ਰ ਦੀ ਸੇਵਾ ਦੇ ਵਾਸਤੇ, ਸੰਗਤ ਦੇ ਵਾਸਤੇ, ਕਲੀਸਿਆ ਵਾਸਤੇ ਪਰਮੇਸ਼ਰ ਤੁਹਾਨੂੰ ਵਰਤਣਾ ਚਾਹੁੰਦਾ ਹੈ। लेकिन दुष्ट नहीं चाहते हैं आपकी जीवन की बढ़ोतरी, ਪਰ ਸ਼ੈਤਾਨ ਨਹੀਂ ਚਾਹੁੰਦਾ ਕਿ ਤੁਸੀਂ ਮਸੀਹ ਜ਼ਿੰਦਗੀ ਦੇ ਵਿੱਚ ਵਾਧਾ दुष्ट ਪਾਓ। नहीं चाहते हैं आपकी जीवन की प्रॉस्पेरिटी, ਸ਼ੈਤਾਨ ਨਹੀਂ ਚਾਹੁੰਦਾ ਕਿ ਤੁਹਾਡਾ ਕਿਸੇ ਵੀ ਤਰੀਕੇ ਨਾਲ ਕੋਈ ਵਾਧਾ ਹੋਵੇ। प्रभु के शैतान नहीं चाहते हैं आपकी जीवन की चंगाई, ਸ਼ੈਤਾਨ ਨਹੀਂ ਚਾਹੁੰਦਾ ਕਿ ਤੁਸੀਂ ਆਦੀ ਜ਼ਿੰਦਗੀ ਸ਼ਿਫਾ ਪਾਓ। शैतान नहीं चाहते हैं आपका पीढ़ी की आशीष है, ਸ਼ੈਤਾਨ ਨਹੀਂ ਚਾਹੁੰਦਾ ਤੁਹਾਡੀ ਪੀੜ੍ਹੀ ਬਰਕਤ ਪਾਵੇ। शैतान नहीं चाहते हैं आपके बच्चों के एजुकेशन, ਸ਼ੈਤਾਨ ਨਹੀਂ ਚਾਹੁੰਦਾ ਤੁਹਾਡੇ ਬੱਚੇ ਪੜ੍ਹੇ ਲਿਖੇ ਹੋ ਜਾਣ। शैतान नहीं चाहते हैं आपके बच्चे सफल हो जाएं, ਸ਼ੈਤਾਨ ਨਹੀਂ ਚਾਹੁੰਦਾ ਕਿ ਤੁਹਾਡੀ ਪੀੜ੍ਹੀ ਜੋ ਸਫਲ ਹੋਵੇ। शैतान नहीं चाहते हैं आप खुशी में, आनंद में ਸ਼ੈਤਾਨ रहें, ਨਹੀਂ ਚਾਹੁੰਦਾ ਕਿ ਤੁਸੀਂ ਖੁਸ਼ੀ ਆਨੰਦ ਕਰਦੇ ਰਹੋ। शैतान नहीं चाहते हैं दो व्यक्ति एकता में रहना है, ਸ਼ੈਤਾਨ ਨਹੀਂ ਚਾਹੁੰਦਾ ਕਿ ਦੋ ਜਣੇ ਇਕਤਾਈ ਦੇ ਵਿੱਚ ਰਹਿਣ। शैतान नहीं चाहते हम लोग एकता में रहना है, ਸ਼ੈਤਾਨ ਨਹੀਂ ਚਾਹੁੰਦਾ ਕਿ ਅਸੀਂ ਏਕਤਾ ਦੇ ਵਿੱਚ ਵਸੀਏ। शैतान नहीं चाहते सेवक लोग एकता में ਸ਼ੈਤਾਨ रहना ਨਹੀਂ है। ਚਾਹੁੰਦਾ ਕਿ ਸੇਵਾਦਾਰ ਵੀ ਏਕਤਾ ਵਿੱਚ ਰਹਿਣ। लेकिन बाइबल क्या कहती ਪਰ है, ਬਾਣੀ ਕੀ ਆਖਦੀ ਹੈ? यदि तुम ਜੇ ਤੁਸੀਂ दो व्यक्ति, ਦੋ ਬੰਦੇ, दो जन ਦੋ ਜਣੇ एक मन होकर, ਇੱਕ ਮਨ ਹੋ ਕੇ एकता में, ਏਕਤਾਈ ਨਾਲ यूनिटी में, ਅਤੇ ਏਕਤਾ 'ਚ, एकता में ਏਕਤਾ 'ਚ जो भी विषय के लिए प्रार्थना करें ਕਿਸੇ भी ਵਿਸ਼ੇ ਲਈ ਤੁਸੀਂ ਪ੍ਰਾਰਥਨਾ वो ਕਰੋ, संभव हो जाएंगे। ਉਹ ਪੂਰਾ ਹੋਵੇਗਾ। हालेलुया। जरा पढ़ के देखो, जरा पढ़ के देखिए। पति, घर वाला, पत्नी घर वाली हाथ पकड़े, हाथ फड़न पति पत्नी हाथ पकड़े, ਅਤੇ ਦੋਨੇ ਜੀ ਹੱਥ ਫੜਨ, एकता में रहकर प्रार्थना करें ਇਕਤਾਈ ਦੇ ਵਿੱਚ ਰਹਿ ਕੇ ਦੁਆ ਕਰਨ। और आपकी बच्चों को साथ हाथ पकड़ें, ਤੁਹਾਡੇ ਨਿਆਣਿਆਂ ਦੇ ਨਾਲ ਤੁਸੀਂ ਉਹਨਾਂ ਹੱਥ ਫੜ ਕੇ एकता में रहकर आप प्रार्थना करें। ਏਕਤਾ ਦੇ ਨਾਲ ਇੱਕ ਮਨ ਹੋ ਕੇ ਦੁਆ ਕਰੋ। मैं कह रहा हूं उस घर स्वर्ग बन ਮੈਂ ਤੁਹਾਨੂੰ ਕਹਿੰਦਾ जाएंगे, ਉਹ ਘਰ ਦਾ ਅਨੁਭਵ ਸਵਰਗੀ ਹੋ ਜਾਏਗਾ। उस घर की बंधन खुल ਉਹ ਘਰ ਦੇ जाएंगे, ਜੁਲੇ ਟੁੱਟ ਜਾਣਗੇ। उस घर में परमेश्वर की आशीष ਉਸ ਘਰ आएंगे ਦੇ ਵਿੱਚ ਪਰਮੇਸ਼ਰ ਦੀ ਬਰਕਤ ਆਵੇਗੀ और आपकी एकता में परमेश्वर की आत्मा काम ਤੇ करेगी। ਤੁਹਾਡੀ ਏਕਤਾ ਦੇ ਵਿੱਚ ਪਰਮੇਸ਼ਰ ਦਾ ਰੂਹ ਵੀ ਕੰਮ ਕਰੇਗਾ। यदि आपके अंदर फूट है ਜੇ तो ਤੁਹਾਡੇ ਅੰਦਰ ਈਰਖਾ ਤਾਂ शैतान बीच में काम करेंगे, ਸ਼ੈਤਾਨ ਉੱਥੇ ਕੰਮ ਕਰੂਗਾ। इसलिए शैतान को बोलना तुम आउट, ਇਸ ਕਰਕੇ ਸ਼ੈਤਾਨ ਨੂੰ ਕਹਿਣਾ ਕਿ ਚਲਾ ਜਾ, शैतान को कहना तुम आउट, ਸ਼ੈਤਾਨ ਨੂੰ ਕਹਿਣਾ ਨਿਕਲ ਜਾ, दूर ਦੂਰ ਹੋ ਜਾ, दूर हो जाए। ਦੂਰ ਹੋ ਜਾ। साडे घर दे विच तुहानू कोई जगह है नहीं, हमारे घर में तेरी कोई जरूरत नहीं है, चलो बाहर। बाहर निकलो। आप कहना है ਤੁਸੀਂ ਆਖਣਾ ਹੈ मैं यीशु का है, मैं यीशु ਦਾ ਹਾਂ, मेरी पत्नी यीशु का है, मेरी घर वाली यीशु ਦੀ ਹੈ, मेरे बच्चे यीशु मेरे का है, ਨਿਆਣੇ यीशु ਦੇ ਨੇ, मेरे माता पिता मेरे यीशु मापे का है। यीशु ਦੇ ਨੇ। हाँ हो सकती है उनके विच कमियां हो भी गए ਹੋ ਸਕਦਾ ਹੈ ਬਾਕੀਆਂ ਦੇ ਵਿੱਚ ਕਮੀ ਘਟੀ ਹੋਊਗੀ, या होता भी है, ਹੁੰਦੀ ਵੀ ਹੈ, लेकिन वो प्रभु का है, ਪਰ ਉਹ ਵੀ ਪ੍ਰਭੂ ਦੇ ਨੇ, यीशु का है। ਯीशु ਦੇ ਹੈ। दुष्ट को कहना है ਸ਼ੈਤਾਨ ਨੂੰ ਆਖਣਾ ਹੈ छोड़ो, ਛੱਡ, छोड़ो हमारे घर। ਛੱਡ ਸਾਡੇ ਘਰ ਨੂੰ। यीशु हमारे घर के मालिक है। ਯੀਸ਼ੂ ਸਾਡੇ ਘਰ ਦਾ ਮਾਲਕ ਹੈ। आप कहना है यीशु हमारे घर के ਤੇ मालिक ਤੁਸੀਂ है। ਆਖਣਾ ਯੀਸ਼ੂ ਸਾਡੇ ਘਰ ਦਾ ਮਾਲਕ बोलो ਹੈ। बोलो मुंह खोल के, यीशु ਸਭ ਬੋਲੀਏ ਯੀਸ਼ੂ साडे घर दा ਸਾਡੇ ਘਰ ਦਾ मालिक है। ਮਾਲਕ ਹੈ। बोलो बोलो बार बार, सब यीशु बोलो यीशु साडे घर दा ਸਾਡੇ ਘਰ ਦਾ मालिक है। ਮਾਲਕ ਹੈ। यीशु यीशु मेरे घर के ਮੇਰੇ ਘਰ ਦਾ मालिक है। मालिक है। यीशु यीशु मेरे मालिक है। ਮੇਰਾ ਮਾਲਿਕ ਹੈ। यीशु यीशु मेरे अंदर मेरे है। अंदर
अंदर है। मैं यीशु दा मैं मैं यीशु का है। यीशु दा हां मैं पवित्र आत्मा की पाकरू दा मंदिर है। हैकला पवित्र आत्मा पाकरू मुझ में मेरे अंदर वास करते हैं। वसदा है। इसलिए इस करके मैं यीशु का है। मैं यीशु दा हां मैं परमेश्वर का है। मैं प्रभु दा हां सारी आशीष मेरा सारियां बरकतां मेरियां ने स्वर्गीय आशीष मेरा स्वर्गीय बरकतां मेरियां ने स्वर्गीय खुशी मेरा स्वर्गीय खुशियां मेरियां ने हे शैतान हे शैतान दूर हो जा दूर हो जा हे शैतान हे शैतान मेरे घर से मेरे घर चों मेरे जीवन से मेरी जिंदगी चों दूर हो जाए। दूर हो जा। बहुत सारे फल लाएंगे। बहुत सारा फल आएगा। कितने लोग चाहते हैं बहुत फल लाना है? किन्ने चाहते ने तंदा फल बहुत आई नाल बहुत आवे। फल आने जा रही है। बहुत फल आने जा रहा पवित्र है। आत्मा जबरदस्त आपके ऊपर उतरने जा रहे ए हैं। परमेश्वर दारू बहुत आई दे नाल तोड़े पवित्र जा रहा आत्मा है। बड़ी सामर्थ के साथ आपके ऊपर उतरने जा रहे बादरू हैं। बड़ी शक्ति दे नाल तोड़ी जिंदगी चों आइए जा हम रहा सब है। अपने स्थान पर खड़े होकर हम परमेश्वर के